ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ। ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਜੱਜ ਦਾ ਵਿਚਾਰ ਲੈ ਕੇ ਅਸੀਂ ਹਾਜ਼ਰ ਹੋ ਗਏ ਹਾਂ। ਮੈਂ ਹਾਂ ਹਰਮਨ ਥਿੰਦ ਤੇ ਹਰ ਰੋਜ਼ ਦੀ ਤਰ੍ਹਾਂ ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਜੀ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਨੇ ਜੀ? ਠੀਕ ਹੈ ਜੀ। ਸਭ ਤੋਂ ਪਹਿਲਾਂ ਮਾਤਾ ਜੀ ਦੀ ਸਿਹਤ ਬਾਰੇ ਜ਼ਰੂਰ ਦੱਸੋ। ਮਾਤਾ ਜੀ ਅੱਗੇ ਨਾਲੋਂ 5 ਤੋਂ ਲੈ ਕੇ 10% ਤੱਕ ਠੀਕ ਨੇ। ਸ਼ੁਕਰ ਹੈ। ਡਾਕਟਰਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਜੀ ਕਿ ਇਹਨਾਂ ਨੂੰ ਹਾਲੇ ਕਈ ਦਿਨ ICU ਦੇ ਵਿੱਚ ਹੀ ਰੱਖਣਾ ਪੈਣਾ ਜੀ, ਪਰ ਉਦਾਂ 5 ਤੋਂ ਲੈ ਕੇ 10% ਤੱਕ ਉਹਨਾਂ ਨੇ ਤੰਦਰੁਸਤ ਹੋਣ ਦੀ ਗੱਲ ਕਹੀ ਆ। ਜੀ, ਉਹ ਕਹਿੰਦੇ ਵੀ ਕਈ ਸਮੱਸਿਆਵਾਂ ਸਰੀਰ ਦੇ ਨਾਲ ਜੁੜੀਆਂ ਹੋਈਆਂ, ਇਸ ਕਰਕੇ ਹੌਲੀ ਹੌਲੀ ਤੰਦਰੁਸਤੀ ਦੇ ਵੱਲ ਵੱਧ ਸਕਦੇ ਆ। ਜੀ। ਪਰ ਉਹਨਾਂ ਨੇ ਕਿਹਾ ਜੀ ਕਿ ਹਾਲੇ ਸਾਨੂੰ 2-3 ਦਿਨ ਦਿਓ ਤੇ ਫਿਰ ਉਸ ਤੋਂ ਬਾਅਦ ਅਸੀਂ ਸਹੀ ਸਥਿਤੀ ਆ ਜਿਹੜੀ ਉਹ ਸਪਸ਼ਟ ਕਰਾਂਗੇ। ਜੀ ਚਲੋ, ਇਹੀ ਬਹੁਤ ਵੱਡੀ ਸ਼ੁਕਰ ਵਾਲੀ ਗੱਲ ਹੈ ਕਿ ਹਾਲੇ 5 ਤੋਂ 10% ਤੱਕ ਉਹ ਠੀਕ ਹੋ ਗਏ ਨੇ। ਅਸੀਂ ਚਾਹੁੰਦੇ ਹਾਂ ਕਿ ਇਹ 10% 100% ਜਲਦੀ ਹੋ ਜਾਏ ਔਰ ਉਹ ਜਲਦੀ ਤੋਂ ਸਿਹਤਯਾਬ ਹੋ ਕੇ ਤੰਦਰੁਸਤ ਹੋ ਕੇ ਆਪਣੇ ਘਰ ਤੁਹਾਡੇ ਪਰਿਵਾਰ ਦੇ ਵਿੱਚ ਦੁਬਾਰਾ ਤੋਂ ਵਾਪਸ ਆਉਣ ਤੇ ਤੁਹਾਡੇ ਨਾਲ ਢੇਰ ਸਾਰੀਆਂ ਗੱਲਾਂ ਬਾਤਾਂ ਕਰਨ। ਸਾਡੇ ਸਾਰੇ ਪਰਿਵਾਰ ਦੀਆਂ ਦੁਆਵਾਂ, ਸਾਡੇ ਸਾਰੇ ਪਰਿਵਾਰ ਦੀਆਂ ਜਿਹੜੀਆਂ ਅਰਦਾਸਾਂ ਨੇ ਉਹ ਤੁਹਾਡੇ ਨਾਲ ਨੇ। ਮੈਂ ਜੀ ਸਭ ਦਾ ਬਹੁਤ ਰਿਣੀ ਆ ਜੀ, ਜਿਨ੍ਹਾਂ ਨੇ ਬਹੁਤ ਕੁਝ ਮੇਰੇ ਲਈ ਅਰਦਾਸਾਂ ਦੇ ਰੂਪ ਦੇ ਵਿੱਚ, ਹੋਰ ਵੱਖ-ਵੱਖ ਵਸੀਲਿਆਂ ਦੇ ਰੂਪ ਦੇ ਵਿੱਚ ਕੀਤਾ। ਦਿਲੀ ਤੌਰ ਦੇ ਉੱਤੇ ਸਭ ਦਾ ਸ਼ੁਕਰੀਆ ਜੀ। ਸੋ ਹੁਣ ਆਪਾਂ ਟਾਣਾ ਸਾਹਿਬ ਮੌਸਮ ਦੀ ਹਾਲ ਬਿਆਨੀ ਕਰ ਦਈਏ। ਦੇਖੋ, ਪੰਜਾਬ ਦਾ ਮੌਸਮ ਹੈ ਜਿਹੜਾ ਹਰਮਨ ਜੀ, ਉਹ ਲਗਾਤਾਰ ਠੰਡਾ ਹੁੰਦਾ ਜਾ ਰਿਹਾ। ਮੈਂ ਹੁਣੇ ਇੱਕ ਰਿਪੋਰਟ ਪੜ੍ਹ ਕੇ ਹਟਿਆ ਕਿ 9 ਤਰੀਕ ਤੱਕ ਤਾਂ ਪੰਜਾਬ ਦੇ ਵਿੱਚ ਕੋਈ ਮੀਂਹ ਕਣੀ ਦੀ ਬੂੰਦਾਬਾਂਦੀ ਦੀ ਸੰਭਾਵਨਾ ਹੈ ਨਹੀਂ ਜੀ, ਪਰ 9 ਤਰੀਕ ਨੂੰ ਤੇ 9 ਤੋਂ ਬਾਅਦ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਛਿੱਟੇ ਪੈਣ ਦੀ ਆਸ ਹੈਗੀ ਆ। ਮੌਸਮ ਵਿਭਾਗ ਦਾ ਇਹ ਕਹਿਣਾ ਵੀ ਜਿਹੜੀ ਇਹ ਸੁੱਕੀ ਠੰਡ ਪੈਣੀ ਸ਼ੁਰੂ ਹੋਈ ਹੈ ਇੱਕਦਮ, ਜਿਹਦੇ ਕਰਕੇ ਆ ਧੂੜ ਮਿੱਟੀ ਦੇ ਕਰਕੇ, ਜਿਹਨੂੰ ਸਮੋਕ ਕਹਿੰਦੇ ਆ, ਉਹਦੇ ਕਰਕੇ ਵੀ ਕਈ ਸਿਹਤ ਦੀਆਂ ਸਮੱਸਿਆਵਾਂ ਵੱਧ ਰਹੀਆਂ। ਇਹ ਜਦੋਂ ਮੀਂਹ ਕਣੀ ਪੈ ਗਿਆ ਤੇ ਉਸ ਤੋਂ ਬਾਅਦ ਧੂੜ ਗਰਦ ਜੀ ਆ ਜਿਹੜੀ ਉਹ ਜੰਮ ਜੂਗੀ ਤੇ ਫਿਰ ਲੋਕ ਆ ਜਿਹੜੇ ਉਹ ਥੋੜਾ ਜਿਹਾ ਖੰਘ ਤੋਂ ਤੇ ਗਲਾ ਖਰਾਬ ਤੇ ਕਈ ਅੱਖਾਂ ਦੇ ਵਿੱਚ ਜਲਣ ਦੀ ਸਮੱਸਿਆ ਜਿਹੜੀ ਇਹ ਉਸ ਤੋਂ ਬਾਅਦ ਘਟਣੀ ਆ। ਉੱਦਾਂ ਰਾਤ ਨੂੰ ਹੋਰ ਪਾਰਾ ਡਿੱਗੀ ਜਾਂਦਾ ਤੇ ਦਿਨ ਦੇ ਵੇਲੇ ਜਿਹੜੀ ਉਹ ਮੱਠੀ ਧੁੱਪ ਨਿਕਲਦੀ ਹੈ, ਪਰ ਕਿਉਂਕਿ ਮੀਂਹ ਕਣੀ ਹੈ ਨਹੀਂ ਤੇ ਧੂੜ ਮਿੱਟੀ ਬਹੁਤ ਆ, ਇਸ ਕਰਕੇ ਮੌਸਮ ਘਸਮੈਲਾ ਜਾ ਰਹਿੰਦਾ ਦਿਨ ਦੇ ਵਿੱਚ। ਜੀ ਸੋ ਅਸੀਂ ਤਾਂ ਇਹੀ ਚਾਹੁੰਦੇ ਆ ਵੀ ਜਲਦੀ, ਕਿਉਂਕਿ ਇੱਕ ਮੀਂਹ ਪੈਣਾ ਜ਼ਰੂਰੀ ਹੈ ਇਸ ਵੇਲੇ। ਹਾਂ ਠੀਕ ਹੈ, ਆਪਾਂ ਕਿਸਾਨੀ ਦੇ ਹਾਲਾਤ ਜਿਹੜੇ ਨੇ ਉਹ ਸਮਝ ਸਕਦੇ ਆ, ਪਰ ਔਨ ਦਾ ਅਦਰ ਹੈਂਡ ਦੂਜੇ ਬੰਨੇ ਜੇ ਆਪਾਂ ਗੱਲ ਕਰੀਏ, ਕਿਉਂਕਿ ਲੋਕ ਬਹੁਤ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦੇ ਨਾਲ ਇਸ ਵੇਲੇ ਜੂਝ ਰਹੇ ਨੇ, ਕਿਉਂਕਿ ਸੁੱਕੀ ਠੰਡ ਹੈ ਜਿਹਦੇ ਕਰਕੇ ਲੋਕਾਂ ਨੂੰ ਖੰਘ, ਬੁਖਾਰ, ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋ ਖੈਰ, ਹੁਣ ਮੈਂ ਚਾਹ ਦੇ ਵਿਚਾਰ ਦੀ ਸਾਂਝ ਪਾ ਲਵਾਂ। ਹਿੰਦੀ ਦੇ ਵਿੱਚ ਹੈ ਪਰ ਹੈ ਬਹੁਤ ਖੂਬਸੂਰਤ। ਉੱਥੇ ਲਿਖਿਆ ਹੋਇਆ ਸੀ, ਮੈਂ ਸੋਸ਼ਲ मीडिया ਦੇ ਉੱਪਰ ਪੜਿਆ, ਕਹਿੰਦੇ मुझे तोहफे में अपनों का वक्त पसंद है। वाह। मुझे तोहफे में अपनों का वक्त पसंद है, मगर आजकल इतने महंगे तोहफे देता कौन है। वाह, ਬਹੁਤ ਖੂਬ ਜੀ। ਬਹੁਤ ਸਾਰੇ ਲੋਕ ਇਹੋ ਜਿਹੇ ਮਿਲਦੇ ਆ ਹਰ ਰੋਜ਼ ਜਿਨ੍ਹਾਂ ਦੇ ਕੋਲੇ ਪੈਸਾ ਪਤਾ ਨਹੀਂ ਕਿੰਨਾ ਕਾ, ਪਰ ਉਹਨਾਂ ਦੇ ਕੋਲੇ ਸਮਾਂ ਹੈ ਨਹੀਂਗਾ ਜੀ। ਪਰ ਜਦੋਂ ਉਹ ਸਮਾਂ ਕੱਢਣਾ ਚਾਹੁੰਦੇ ਆ ਉਦੋਂ ਸਮਾਂ ਨਿਕਲਦਾ ਹੀ ਨਹੀਂ ਉਹਨਾਂ ਕੋਲੋਂ, ਕਿਉਂਕਿ ਉਹਨਾਂ ਨੇ ਅੱਜ ਇਸ ਕਾਰੋਬਾਰ ਵੱਲ ਜਾਣਾ, ਕੱਲ ਨੂੰ ਉਸ ਕਾਰੋਬਾਰ ਵੱਲ ਜਾਣਾ। ਪਰ ਜਿਨ੍ਹਾਂ ਲੋਕਾਂ ਦੇ ਕੋਲੇ ਪੈਸਾ ਵੀ ਹੋਵੇ ਤੇ ਆਪਣੇ ਦੇ ਲਈ ਵਕਤ ਵੀ ਹੋਵੇ ਤੇ ਉਹ ਬਹੁਤ ਥੋੜੇ ਆ ਜੀ। ਉਹ ਜਿਵੇਂ ਇੱਕ ਸਿਆਣੇ ਨੇ ਕਿਹਾ ਨਾ ਕਿ ਜਦੋਂ ਬੰਦੇ ਕੋਲੇ ਸਮਾਂ ਹੁੰਦਾ ਤੇ ਉਮਰ ਹੁੰਦੀ ਆ, ਉਦੋਂ ਪੈਸਾ ਨਹੀਂ ਹੁੰਦਾ, ਤੇ ਜਦੋਂ ਪੈਸਾ ਆ ਜਾਂਦਾ ਉਦੋਂ ਉਮਰ ਨਿਕਲ ਜਾਂਦੀ ਹੈ ਤੇ ਸਮਾਂ ਹੱਥ ਦੇ ਵਿੱਚ ਨਹੀਂ ਰਹਿੰਦਾ। ਇਸ ਕਰਕੇ ਸਾਰੀਆਂ ਚੀਜ਼ਾਂ ਇਕੱਠਿਆਂ ਤਾਂ ਨਹੀਂ ਮਿਲਦੀਆਂ, ਪਰ ਜਿਹੜੇ ਲੋਕਾਂ ਦਾ ਕੁਸ਼ਲ ਪ੍ਰਬੰਧਨ ਹੈ, ਜਿਹਨੂੰ ਅਸੀਂ ਕਹਿੰਦੇ ਆ ਵੀ ਗੁੱਡ ਮੈਨੇਜਮੈਂਟ ਆ, ਉਹ ਲੋਕ ਆ ਜਿਹੜੇ ਉਹ ਆਪਣੇ ਰਿਸ਼ਤਿਆਂ ਨੂੰ ਸਹੀ ਤਰੀਕੇ ਨਾਲ ਨਿਭਾਉਂਦੇ ਵੀ ਆ। ਉਹ ਪੈਸੇ ਦਾ ਮਾਣ ਵੀ ਨਹੀਂ ਕਰਦੇ, ਉਹ ਵਕਤ ਵੱਧ ਤੋਂ ਵੱਧ ਕੱਢਦੇ ਆ ਆਪਣਿਆਂ ਦੇ ਲਈ ਜੀ, ਤੇ ਕੱਢਣਾ ਵੀ ਚਾਹੀਦਾ ਜੀ। ਵੈਸੇ ਵੀ ਕਹਿੰਦੇ ਨੇ ਨਾ ਕਿ ਜੇਕਰ ਤੁਸੀਂ ਕਿਸੇ ਨੂੰ ਕੋਈ ਵੀ ਕੀਮਤੀ ਤੋਹਫਾ ਦੇਣਾ ਚਾਹੁੰਦੇ ਹੋ, ਕੋਈ ਐਸੀ ਚੀਜ਼ ਦੇਣਾ ਚਾਹੁੰਦੇ ਹੋ ਜਿਹੜਾ ਅਗਲੀ ਹਮੇਸ਼ਾ ਯਾਦ ਰੱਖੇ, ਹੈ ਨਾ, ਅਗਲੇ ਇਨਸਾਨ ਨੂੰ ਯਾਦ ਰਹੇ ਵੀ ਫਲਾਣੇ ਬੰਦੇ ਨੇ ਮੈਨੂੰ ਇਹ ਤੋਹਫਾ ਦਿੱਤਾ ਸੀ, ਤਾਂ ਉਹ ਤੋਹਫਾ ਸਮਾਂ ਹੀ ਹੈ। ਕਿਉਂਕਿ ਸਮਾਂ ਇੱਕ ਇਹੋ ਜਿਹੀ ਚੀਜ਼ ਹੈ ਜਿਹਦੀ ਕੀਮਤ ਕਦੇ ਨਹੀਂ ਤਾਰੀ ਜਾ ਸਕਦੀ। ਜਿਹੜਾ ਇੱਕ ਵਾਰ ਲੰਘ ਜਾਵੇ ਤਾਂ ਕਦੇ ਉਹ ਪਲ ਜਿਹੜਾ ਮੁੜ ਕੇ ਨਹੀਂ ਆ ਸਕਦਾ। ਸੋ ਜਦੋਂ ਤੁਸੀਂ ਆਪਣੇ ਉਹ ਕੀਮਤੀ ਪਲ ਕਿਸੇ ਦੇ ਨਾ ਕਰ ਦਿੰਦੇ ਹੋ, ਜਦੋਂ ਕਿਸੇ ਨਾਲ ਖੜ ਜਾਂਦੇ ਹੋ, ਕਿਸੇ ਦੇ ਕਹਿ ਲਓ ਵੇਲੇ ਕੁ ਵੇਲੇ ਉਹਦਾ ਸਾਥ ਦਿੰਦੇ ਹੋ, ਤਾਂ ਉਸ ਵੇਲੇ ਤੁਸੀਂ ਉਹਨੂੰ ਸਭ ਤੋਂ ਕੀਮਤੀ ਤੋਹਫਾ ਦੇ ਰਹੇ ਹੁੰਦੇ ਹੋ, ਕਿਉਂਕਿ ਸਮਾਂ ਲੰਘ ਗਿਆ ਤਾਂ ਮੁੜ ਕੇ ਹੱਥ ਨਹੀਂ ਆਉਣਾ। ਸੋ ਮੇਰੀ ਤਾਂ ਇੱਕ ਇਹ ਵੀ ਬੇਨਤੀ ਆ ਵੀ ਨਾ, ਆਮ ਤੌਰ ਦੇ ਉੱਤੇ ਅਸੀਂ ਜਦੋਂ ਵਿਆਹਾਂ ਸ਼ਾਦੀਆਂ ਦੇ ਵਿੱਚ ਜਾਂਦੇ ਆ ਜਾਂ ਕਿਸੇ ਨੂੰ ਬੁਲਾਉਣੇ ਆ ਮਹਿਮਾਨ ਦੇ ਤੌਰ ਤੇ, ਉਦੋਂ ਕਈ ਲੋਕਾਂ ਦੀ ਇੱਕ ਆਦਤ ਹੈਗੀ ਹੈ ਜੀ ਕਿ ਲਿਫਾਫੇ ਦੇ ਵਿੱਚ ਕੀ ਪਾ ਕੇ ਲਿਆਇਆ, ਵੀ ਇਹਨੇ 500 ਸ਼ਗਨ ਪਾਇਆ, ਇਹਨੇ 5000 ਪਾਇਆ, ਇਹਨੇ 51000 ਪਾਇਆ, ਕਿੰਨਾ ਪਾਇਆ। ਮੇਰੀ ਤਾਂ ਸੋਚ ਇਹ ਕਹਿੰਦੀ ਹੈ ਜੀ ਕਿ ਇਹ ਆਪਾਂ ਬੰਦ ਕਰੀਏ ਵੇਖਣਾ, ਕਿਉਂਕਿ ਜਿਹਨੇ ਤੁਹਾਡੇ ਲਈ ਆਪਣਾ ਸਮਾਂ ਕੱਢ ਲਿਆ ਨਾ, ਉਹਨੇ ਸਭ ਕੁਝ ਹੀ ਦਿੱਤਾ ਤੇ ਉਹਨੇ ਤੁਹਾਨੂੰ ਇਹ ਗੱਲ ਕਹੀ ਨਹੀਂ ਕਿ ਭਾਈ ਤੂੰ ਇੰਨੇ ਪਕਵਾਨ ਬਣਾਈ ਤੇ ਮੈਂ ਫੇਰ ਆਊਂਗਾ। ਆਪਾਂ ਇਹ ਨਹੀਂ ਕਹਿ ਸਕਦੇ ਵੀ ਭਾਈ ਵਿਆਹ ਦੇ ਉੱਤੇ ਸਾਡੇ ਫਲਾਣੇ ਸਮਾਗਮ ਦੇ ਉੱਤੇ ਇੰਨਾ ਖਰਚਾ ਕੀਤਾ ਤੇ ਇਹ ਸ਼ਗਨਾਂ ਦੇ ਰਾਹੀਂ ਹੀ ਅਸੀਂ ਪੂਰਾ ਕਰਨਾ। ਜਿਹੜਾ ਬੰਦਾ ਤੁਹਾਡੇ ਕੋਲੇ ਹੱਸ ਖੇਡ ਕੇ ਆ ਗਿਆ ਤੇ ਜੇਕਰ ਪੈਸੇ ਦੇਵੇ ਵੀ, ਮੈਂ ਤਾਂ ਸੋਚਦਾ ਵੀ ਉਹਨੂੰ ਕੋਈ ਨਹੀਂ ਲੋੜ ਨਹੀਂਗੀ, ਤੁਹਾਡਾ ਪਿਆਰ ਸਤਿਕਾਰ ਚਾਹੀਦਾ।
ਤੁਹਾਡਾ ਆਸ਼ੀਰਵਾਦ ਚਾਹੀਦਾ। ਮੇਰੇ ਇੱਕ ਦੋਸਤ ਨੇ ਆਪਣੇ ਵਿਆਹ ਦੇ ਮੌਕੇ ਨਾ ਕਾਰਡ ਦੇ ਉੱਤੇ 2-3 ਸਤਰਾਂ ਲਿਖੀਆਂ ਸੀ, ਕਿਰਪਾ ਕਰਕੇ ਆਉਂਦੇ ਹੋਏ ਕੋਈ ਤੋਹਫਾ ਨਾ ਲੈ ਕੇ ਆਇਓ, ਲਿਫਾਫਾ ਬਿਲਕੁਲ ਜ਼ੋਰ ਜ਼ਬਰਦਸਤੀ ਫੜਾਉਣ ਦੀ ਕੋਸ਼ਿਸ਼ ਨਾ ਕਰਿਓ, ਝੋਲੀ ਦੇ ਵਿੱਚ 1 ਵੀ ਰੁਪਈਆ ਪਾਉਣ ਦੀ ਕੋਸ਼ਿਸ਼ ਨਾ ਕਰਿਓ, ਬਸ ਖੁੱਲੇ ਦਿਲ ਦੇ ਨਾਲ ਦੁਆਵਾਂ ਦੇ ਕੇ ਜਾਇਓ, ਪਿਆਰ ਤੇ ਸਤਿਕਾਰ ਦੇ ਗੱਫੇ ਲੈ ਕੇ ਆਇਓ, ਆਪਾਂ ਇੱਥੇ ਬੈਠ ਕੇ ਸਾਦਾ ਭੋਜਨ ਛਕਾਂਗੇ। ਕਹਿਣ ਦਾ ਭਾਵ ਹੈ ਵੀ ਉਹਨੇ ਸਪਸ਼ਟ ਕਰਤੀ ਗੱਲ ਵੀ ਅਸੀਂ ਵੀ ਕੋਈ ਬਹੁਤੇ ਤੁਹਾਨੂੰ ਪਦਾਰਥ ਨਹੀਂ ਖਵਾਉਣੇ, ਆਪਾਂ ਸਾਦੀ ਰੋਟੀ ਖਾਣੀ ਆ, ਪਰ ਤੁਹਾਡੇ ਕੋਲੋਂ ਅਸੀਂ ਮੰਗਦੇ ਵੀ ਕੁਝ ਨਹੀਂ ਸਮੇਂ ਤੋਂ ਬਿਨਾਂ। ਜੀ ਬਿਲਕੁਲ ਸਹੀ। ਹਰਮਨ ਜੀ, ਪੰਜਾਬ ਦੇ ਵਿੱਚ 12,500 ਤੋਂ ਵੱਧ ਪਿੰਡ ਆ ਜੀ, ਤੇ ਕੁਝ ਕੁ ਪਿੰਡਾਂ ਦੇ ਵਿੱਚੋਂ ਜਦੋਂ ਚੰਗੀਆਂ ਖਬਰਾਂ ਆਉਂਦੀਆਂ ਤੇ ਮਨ ਦੇ ਵਿੱਚੋਂ ਆਪ ਮੁਹਾਰੇ ਆਵਾਜ਼ ਨਿਕਲਦੀ ਹੈ, ਕਾਸ਼ ਕਿਤੇ ਸਾਰੇ ਪਿੰਡਾਂ ਦੇ ਵਿੱਚ ਹੀ ਇਦਾਂ ਦਾ ਮਾਹੌਲ ਬਣ ਜੇ। ਬਿਲਕੁਲ। ਅਸੀਂ ਹੁਣ ਤੱਕ ਗਾਣਾ ਸੁਣਦੇ ਰਹੇ ਆ ਨਾ ਕਿ ਮੇਰੇ ਪਿੰਡ ਵਿੱਚ ਵਸਦਾ ਰੱਬ ਓਏ ਆ ਅੱਖੀਂ ਵੇਖ ਲੈ, ਜੇ ਕਿਤੇ ਸੱਚੀ ਮੁੱਚੀ ਪਿੰਡਾਂ ਦੇ ਵਿੱਚ ਰੱਬ ਵਸਣ ਲੱਗ ਪਏ ਤਾਂ ਉਹਦੇ ਵਰਗੀ ਰੀਸ ਕੋਈ ਨਹੀਂ, ਕਿਉਂਕਿ ਆਪਾਂ ਕਹਿੰਦੇ ਵੀ ਪਰਿਵਾਰ ਆ ਜਿਹੜਾ ਉਹ ਸਮਾਜ ਦੀ ਮੁੱਢਲੀ ਇਕਾਈ ਆ। ਬਿਲਕੁਲ। ਤੇ ਜਿਹੜਾ ਪਿੰਡ ਆ ਤੇ ਉਹ ਇੱਕ ਵੱਖਰੀ ਸੰਸਥਾ ਹੈਗੀ ਆ, ਪਿੰਡ ਇੱਕ ਵੱਖਰਾ ਹੁੰਦਾ, ਬਿਲਕੁਲ ਨਿਆਰਾ ਹੁੰਦਾ, ਤੇ ਪਿੰਡ ਵਰਗੀ ਰੀਸ ਕੋਈ ਨਹੀਂ ਜੇਕਰ ਪਿੰਡ ਦੇ ਮਸਲੇ ਪਿੰਡ ਦੇ ਵਿੱਚ ਹੱਲ ਹੋ ਜਾਣ ਤਾਂ। ਬਿਲਕੁਲ। ਪਰ ਪਿੰਡ ਆ ਜਿਹੜੇ ਉਹ ਰਾਜਨੀਤੀ ਦੀ ਭੇਟ ਇਸ ਕਦਰ ਚੜੇ ਆ, ਪੱਤੀਆਂ ਦੇ ਵਿੱਚ ਵੰਡੇ ਗਏ, ਗੁਰਦੁਆਰਿਆਂ ਮੰਦਰਾਂ ਮਸੀਤਾਂ ਦੇ ਨਾਂ ਦੇ ਉੱਤੇ ਵੰਡੇ ਗਏ, ਹੁਣ ਤਾਂ ਸ਼ਮਸ਼ਾਨ ਘਾਟਾਂ ਦੇ ਵੀ ਪ੍ਰਬੰਧਕਾਂ ਦੇ ਰੌਲੇ ਪੈਣ ਲੱਗ ਪਏ ਆ। ਸੋ ਕਦੇ ਕਦੇ ਦੁੱਖ ਹੁੰਦਾ ਵੀ ਅਸੀਂ ਅਕਾਲੀ ਕਾਂਗਰਸੀ ਆਪ ਵਾਲੇ ਬਸਪਾ ਵਾਲੇ ਫਲਾਣੇ ਢਿੰਗੜੇ ਇਹਨਾਂ ਚੱਕਰਾਂ ਦੇ ਵਿੱਚ ਭੁੱਲ ਗਏ ਆ ਵੀ ਅਸੀਂ ਪਿੰਡ ਵਾਲੇ ਪਰਿਵਾਰ ਵਰਗੇ ਆ। ਬਿਲਕੁਲ। ਤੇ ਪਰਿਵਾਰ ਦੇ ਵਿੱਚ ਲੜਾਈਆਂ ਝਗੜੇ ਨਹੀਂ ਹੋਣੇ ਚਾਹੀਦੇ। ਅਸੀਂ ਇਸੇ ਚੱਕਰ ਦੇ ਵਿੱਚ ਰਹਿੰਦੇ ਆ ਵੀ ਉਹਦੇ ਪੈਰ ਮਿੱਧ ਕੇ ਤੇ ਸਰਪੰਚੀ ਮੈਂ ਲੈ ਲੈਣੀ ਆ, ਮੈਂ ਕੀ 50 ਲੱਖ ਰੁਪਈਆ ਭਾਵੇਂ ਲੱਗ ਜੇ ਤੇ ਸਰਪੰਚੀ ਦੇ ਵਿੱਚ ਉਹਦੀ ਮੈਂ ਪੂਸਟ ਕਰ ਦੇਣੀ ਆ। ਇਹਨਾਂ ਰੌਲਿਆਂ ਦੇ ਵਿੱਚ ਅਸੀਂ ਆਪਦਾ ਨੁਕਸਾਨ ਤੇ ਆਪਦੇ ਪਿੰਡਾਂ ਦਾ ਨੁਕਸਾਨ ਕਿੰਨਾ ਕਰਾ ਲਿਆ ਤੇ ਇਹਦੇ ਬਾਬਤ ਆਪਾਂ ਜਾਣਦੇ ਆ। ਬਿਲਕੁਲ। ਰਣਸੀ ਕਲਾਂ ਪਿੰਡ ਆ ਇੱਕ ਮੋਗੇ ਦੇ ਵਿੱਚ ਜੀ, ਉਸ ਪਿੰਡ ਦੇ ਵਿੱਚੋਂ ਇੱਕ ਇਹੋ ਜਿਹੀ ਸੁਲੱਖਣੀ ਖਬਰ ਆਈ ਆ ਜਿਹੜੀ ਕੇਂਦਰ ਦੀ ਸਰਕਾਰ ਤੇ ਸੂਬਾਈ ਸਰਕਾਰ ਪੰਜਾਬ ਦੀ ਜਿਹੜੀ ਇਹ ਨਹੀਂ ਖਬਰ ਪੈਦਾ ਕਰ ਸਕੀ, ਉਹ ਇਸ ਪਿੰਡ ਦੇ ਸਰਪੰਚ ਤੇ ਪਿੰਡ ਦੀ ਪੂਰੀ ਪੰਚਾਇਤ ਨੇ ਤੇ ਪਿੰਡ ਵਾਸੀਆਂ ਨੇ ਪੈਦਾ ਕਰਕੇ ਦਿਖਾਤੀ ਹੈ ਜੀ। ਆਪਾਂ ਇਸ ਤੋਂ ਪਹਿਲਾਂ ਵੀ, ਮੈਨੂੰ ਯਾਦ ਹੈ ਤੁਸੀਂ ਜਦੋਂ ਨਾਂ ਲਿਆ ਪਿੰਡ ਦਾ, ਤੇ ਆਪਾਂ ਇਸ ਤੋਂ ਪਹਿਲਾਂ ਵੀ ਇਸ ਪਿੰਡ ਦਾ ਜ਼ਿਕਰ ਆਪਣੇ ਪ੍ਰੋਗਰਾਮ ਦੇ ਵਿੱਚ ਕਰ ਚੁੱਕੇ ਹਾਂ। ਉਦੋਂ ਵੀ ਇੱਕ ਬਹੁਤ ਨਿਆਰਾ ਇੱਕ ਸੁਲੱਖਣਾ ਕੰਮ ਕੀਤਾ ਸੀ ਇਸ ਪਿੰਡ ਦੀ ਪੰਚਾਇਤ ਨੇ, ਔਰ ਮੇਰੇ ਖਿਆਲ ਨਾਲ ਇਹ ਉਹੀ ਪਿੰਡ ਹੈ, ਜੇਕਰ ਮੈਂ ਗਲਤ ਨਹੀਂ ਆ ਤਾਂ, ਜਿੱਥੇ ਮੁਹਿੰਮ ਚਲਾਈ ਗਈ ਸੀ ਕਿ ਤੁਸੀਂ ਜਿਹੜਾ ਪਲਾਸਟਿਕ ਹੈ ਉਹ ਪੰਚਾਇਤ ਨੇ ਕਿਹਾ ਸੀ ਵੀ ਸਾਨੂੰ ਦੇ ਜਾਓ ਤੇ ਉਹਦੇ ਬਦਲੇ 'ਚ ਖੰਡ ਅਸੀਂ ਤੁਹਾਨੂੰ ਦਿਆਂਗੇ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਤੇ ਹੁਣ ਇਹਦੇ ਵਿੱਚ ਥੋੜਾ ਜਿਹਾ ਹੋਰ ਵਾਧਾ ਕਰ ਦਿੱਤਾ ਗਿਆ ਜੀ। ਇਹ ਗੱਲ ਕਹੀ ਗਈ ਹੈ ਪਿੰਡ ਦੀ ਪੰਚਾਇਤ ਦੇ ਵੱਲੋਂ ਵੀ ਤੁਸੀਂ ਪਲਾਸਟਿਕ ਦੀਆਂ ਬੋਤਲਾਂ ਜਾਂ ਗੰਦੇ ਮੰਦੇ ਜੋ ਵੀ ਲਿਫਾਫੇ ਆ ਉਹ ਸਾਡੇ ਕੋਲੇ ਲੈ ਕੇ ਆਓ, ਜਿੰਨੇ ਭਾਰ ਦਾ ਤੁਸੀਂ ਇਹ ਸਮਾਨ ਲੈ ਕੇ ਆਓਗੇ, ਤੁਸੀਂ ਖੰਡ ਲੈਣਾ ਜਾਂ ਤੁਸੀਂ ਗੁੜ ਲੈਣਾ ਜਾਂ ਤੁਸੀਂ ਆਟਾ ਲੈਣਾ ਜਾਂ ਚੌਲ ਲੈਣੇ ਆ, ਉਹ 4 ਚੀਜ਼ਾਂ ਜਿਹੜੀ ਵੀ ਚੀਜ਼ ਕਹੋਗੇ ਤੁਹਾਨੂੰ ਉਹਦੇ ਬਦਲੇ ਮਿਲੂਗੀ। ਮਤਲਬ ਇਹ ਆ ਵੀ ਥਾਂ ਥਾਂ ਦੇ ਉੱਤੇ ਕਚਰਾ, ਥਾਂ ਥਾਂ ਦੇ ਉੱਤੇ ਪਲਾਸਟਿਕ ਖਿਲਰਿਆ ਨਾ ਰਵੇ, ਕਿਉਂਕਿ ਇਹ ਵਾਤਾਵਰਨ ਨੂੰ ਪਲੀਤ ਕਰਨ ਵਾਲੀ ਗੱਲ ਹੈਗੀ ਆ। ਉਸ ਤੋਂ ਅਗਲੀ ਗੱਲ ਇਹ ਹੈਗੀ ਜੀ ਕਿ ਹੁਣ ਇਸ ਪਿੰਡ ਦੀ ਪੰਚਾਇਤ ਨੇ ਪੂਰੇ ਪੰਜਾਬ ਦੇ ਮੂਹਰੇ ਇੱਕ ਨਵਾਂ ਮਾਰਕਾ ਮਾਰਿਆ, ਇੱਕ ਨਵੀਂ ਜਿਹੜੀ ਲਕੀਰ ਖਿੱਚੀ ਆ ਵੀ ਭਾਈ ਹੁਣ ਤੁਸੀਂ ਇਹਨੂੰ ਪਾਰ ਕਰੋ ਜੀ, ਕਿਉਂਕਿ ਹੁਣ ਤੱਕ ਕੇਂਦਰ ਦੀ ਸਰਕਾਰ ਸੂਬੇ ਦੀ ਸਰਕਾਰ ਦੇ ਉੱਤੇ ਦੋਸ਼ ਮੜਦੀ ਆ ਵੀ ਇਹ ਜੀ ਪਰਾਲੀ ਸਾੜਨ ਵਾਲਿਆਂ ਨੂੰ, ਨਾੜ ਸਾੜਨ ਵਾਲਿਆਂ ਨੂੰ ਕੁਝ ਨਹੀਂ ਦਿੰਦੇ। ਸੂਬੇ ਦੀ ਸਰਕਾਰ ਕਹਿ ਦਿੰਦੀ ਹੈ ਕੇਂਦਰ ਦੀ ਸਰਕਾਰ ਮੁਆਵਜ਼ਾ ਦੇਵੇ, ਪਰ ਇਸ ਪਿੰਡ ਦੀ ਪੰਚਾਇਤ ਨੇ ਜਿਹੜੇ ਵੀ ਸਧਾਰਨ ਕਿਸਾਨ ਆ, ਜਿਹੜੇ ਕਿ ਛੋਟੇ ਕਿਸਾਨ ਆ, ਉਹਨਾਂ ਨੂੰ 500 ਰੁਪਈਆ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਆਪਣੇ ਪੱਧਰ ਦੇ ਉੱਤੇ, ਜਿਹੜੇ ਆਪਣੇ ਖੇਤ ਦੇ ਵਿੱਚ ਅੱਗ ਨਹੀਂ ਲਾਉਣਗੇ ਜੀ। ਨਾ ਸੂਬੇ ਦੀ ਸਰਕਾਰ ਦੀ ਲੋੜ ਆ, ਨਾ ਕੇਂਦਰ ਦੀ ਸਰਕਾਰ ਦੀ ਲੋੜ ਆ, ਪੰਚਾਇਤ ਆਪਣੇ ਪੱਧਰ ਦੇ ਉੱਤੇ ਪੈਸਿਆਂ ਦਾ ਪ੍ਰਬੰਧ ਕਰਦੀ ਆ। ਤੇ ਮੈਂ ਪਿੰਡ ਦੇ ਸਰਪੰਚ ਮਿੰਟੂ ਦੇ ਨਾਲ ਗੱਲ ਕੀਤੀ, ਉਹ ਕਹਿੰਦੇ ਜੀ ਮੇਰੇ ਪਿੰਡ ਦੇ ਲੋਕ ਮੇਰੀ ਬੈਂਕ ਆ, ਵਾਹ, ਮੈਨੂੰ ਕਿਸੇ ਦੀ ਕੋਈ ਜ਼ਰੂਰਤ ਨਹੀਂ। ਇਸ ਤੋਂ ਪਹਿਲਾਂ ਇਹਨਾਂ ਨੇ ਇਹ ਐਲਾਨ ਕੀਤਾ ਸੀਗਾ ਵੀ ਜਿਹੜੇ ਵੀ ਗ੍ਰਾਮ ਸਭਾ ਦੇ ਮੈਂਬਰ ਆ ਤੇ ਉਹਨਾਂ ਦਾ 1 ਰੁਪਈਏ ਦੇ ਵਿੱਚ 1 ਲੱਖ ਰੁਪਈਏ ਦਾ ਬੀਮਾ ਅਸੀਂ ਕਰਦੇ, ਜੇਕਰ ਕੋਈ ਹਾਦਸਾ ਵਾਪਰ ਜਾਂਦਾ 1 ਲੱਖ ਰੁਪਈਏ ਦਾ ਇਲਾਜ ਪੰਚਾਇਤ ਕਰਵਾਉਂਦੀ ਆ ਜੀ। ਇਹ ਵੀ ਇਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ। ਇੱਕ ਮੁਹਿੰਮ ਛੇੜੀ ਗਈ ਹੈ ਪਿੰਡ ਦੇ ਵਿੱਚ ਵੀ ਜਿਹੜੇ ਦਲਿਤ ਭਾਈਚਾਰੇ ਦੀਆਂ ਔਰਤਾਂ ਜਿਹੜੀਆਂ ਵਿਧਵਾ ਹੋ ਗਈਆਂ ਉਹਨਾਂ ਨੂੰ ਸਰਕਾਰਾਂ ਪੈਨਸ਼ਨ ਨਹੀਂ ਦਿੰਦੀਆਂ ਗਈਆਂ, ਉਹ ਵਿਚਾਰੀਆਂ ਜੁੱਤੀਆਂ ਘਸਾਉਂਦੀਆਂ ਇਸ ਜਹਾਨੋਂ ਕੂਚ ਕਰ ਜਾਂਦੀਆਂ। ਉਹ ਇੱਕ ਸੂਚੀ ਬਣਾਈ ਆ ਵੀ ਲੋੜਵੰਦ ਪਰਿਵਾਰ ਕਿਹੜੇ ਕਿਹੜੇ ਆ, ਕਿਹੜੀਆਂ ਕਿਹੜੀਆਂ ਔਰਤਾਂ ਲੋੜਵੰਦ ਆ। 750 ਰੁਪਈਆ ਪ੍ਰਤੀ ਮਹੀਨਾ ਪੰਚਾਇਤ ਉਹਨਾਂ ਨੂੰ ਆਪਣੇ ਪੱਧਰ ਦੇ ਉੱਤੇ ਪੈਨਸ਼ਨ ਦਿੰਦੀ ਆ ਜੀ। ਸੋ ਇਹ ਦੇਖੋ ਵੀ ਇਹ ਉਹੋ ਜਿਹੇ ਉਪਰਾਲੇ ਆ ਜਿਹੜੇ ਸਭ ਨੂੰ ਕਰਨੇ ਚਾਹੀਦੇ ਆ। ਅਸੀਂ ਕਹਿੰਦੇ ਨੇ ਜੀ ਕਿ ਪੰਜਾਬ ਦੀ ਸਰਕਾਰ ਨੇ ਗ੍ਰਾਂਟ ਨਹੀਂ ਜਾਰੀ ਕੀਤੀ, ਆਹ ਨਹੀਂ ਕੀਤਾ, ਉਹ ਨਹੀਂ ਕੀਤਾ। ਜਦੋਂ ਧਾਰਮਿਕ ਥਾਵਾਂ ਦੇ ਉੱਤੇ ਅਸੀਂ 2-2 ਕਰੋੜ ਰੁਪਈਆ ਲਾ ਦਿੰਦੇ ਆ, ਉਦੋਂ ਕਿਹੜਾ ਸਰਕਾਰ ਕੋਈ ਦਿੰਦੀ ਆ? ਅਸੀਂ ਆਪਣੇ ਕੋਲੋਂ ਹੀ ਸਾਰਾ ਕੁਝ ਕਰਦੇ ਨਾ। ਤੇ ਇਹੋ ਜਿਹੇ ਨੇਕ ਉਪਰਾਲੇ ਵੀ ਆਪਣੇ ਤੌਰ ਤੇ ਕਰਨੇ ਚਾਹੀਦੇ ਆ। ਇਸ ਪਿੰਡ ਨੂੰ ਹੁਣ ਤੇ ਟਾਣਾ ਸਾਹਿਬ 2 ਵਾਰ ਰਾਸ਼ਟਰੀ ਪੁਰਸਕਾਰ ਮਿਲ ਚੁੱਕਿਆ ਹੈ ਇਹਨਾਂ ਦੇ ਕੰਮਾਂ ਦਾ ਕਰਕੇ। ਸੋ ਅਸੀਂ ਜਿਹੜੀ ਰੀਸ ਕਰਦੇ ਆ, ਮੈਨੂੰ ਇਹ ਲੱਗਦਾ ਹੈ ਕਿ ਉਹ ਇਹੋ ਜਿਹੀ ਰੀਸ ਹੋਣੀ ਚਾਹੀਦੀ ਹੈ। ਅਸੀਂ ਇਹ
ਕਹੀਏ ਕਿ ਫਲਾਣਾ ਪਿੰਡ ਕਿਵੇਂ ਮੋਹਰੇ ਨਿਕਲ ਗਿਆ, ਅਸੀਂ ਉਹਦੇ ਤੋਂ ਮੋਹਰੇ ਨਿਕਲਣਾ। ਔਰ ਇਹ ਪਹਿਲ ਹਰ ਪਿੰਡ ਦੇ ਵਿੱਚ ਹੋਣੀ ਚਾਹੀਦੀ, ਚਾਹੇ ਉਹ ਮੇਰਾ ਪਿੰਡ ਹੈ, ਚਾਹੇ ਉਹ ਤੁਹਾਡਾ ਪਿੰਡ ਹੈ, ਚਾਹੇ ਪੰਜਾਬ ਦਾ ਕੋਈ ਵੀ ਪਿੰਡ ਹੈ। ਉਹ ਸਾਰੀਆਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਇਸ ਪੰਚਾਇਤ ਤੋਂ ਜ਼ਰੂਰ ਕੁਝ ਸਿੱਖਣਾ ਚਾਹੀਦਾ ਹੈ, ਕਿਉਂਕਿ ਤੁਸੀਂ ਵੇਖੋ ਨਾ ਵੀ ਕਿੰਨੀਆਂ ਚੀਜ਼ਾਂ ਹੋ ਗਈਆਂ। ਪਰਾਲੀ ਨਹੀਂ ਸੜ ਰਹੀ ਕਿਉਂਕਿ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਤੁਹਾਨੂੰ ਪੈਸੇ ਦੇਵਾਂਗੇ, ਠੀਕ ਹੈ। ਉਸ ਤੋਂ ਬਾਅਦ ਪਲਾਸਟਿਕ ਨਹੀਂ ਖਿਲ ਰਿਹਾ, ਗੰਦ ਨਹੀਂ ਪੈ ਰਿਹਾ ਪਿੰਡ ਦੇ ਵਿੱਚ। ਉਸ ਤੋਂ ਬਾਅਦ ਜਿਹੜੇ ਲੋੜਵੰਦ ਲੋਕ ਨੇ, ਜਿਨ੍ਹਾਂ ਨੂੰ ਜੇ ਕਿਸੇ ਨੂੰ ਆਟਾ ਚਾਹੀਦਾ ਹੈ, ਜੇ ਕਿਸੇ ਨੂੰ ਕਣਕ ਚਾਹੀਦੀ, ਚੌਲ ਚਾਹੀਦੀ, ਗੁੜ ਚਾਹੀਦੀ, ਖੰਡ ਚਾਹੀਦੀ ਹੈ, ਤਾਂ ਉਹ ਪਲਾਸਟਿਕ ਦੇ ਬਦਲੇ ਉਹ ਸਾਰਾ ਕੁਝ ਲੈ ਕੇ ਜਾ ਸਕਦੇ ਨੇ, ਹਨਾ। ਪੈਨਸ਼ਨ ਇਹ ਦੇ ਰਹੇ ਨੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਹਰੇਕ ਪੰਚਾਇਤ ਨੂੰ ਵੀ ਸਿੱਖਣੀਆਂ ਚਾਹੀਦੀਆਂ ਨੇ। ਆਪਾਂ ਹੋਰ ਬਹੁਤ ਰੀਸਾਂ ਕਰ ਲਈਆਂ ਵੀ ਫਲਾਣੇ ਪਿੰਡ 'ਚ 4 ਗੁਰਦੁਆਰੇ ਤਾਂ ਅਸੀਂ 6 ਬਣਾਵਾਂਗੇ। ਇਹ ਰੀਸ ਨਾ ਕਰੀਏ, ਚੰਗੇ ਪਾਸੇ ਵੱਲ ਨੂੰ ਵਧੀਏ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਤੇ ਬਾਕੀ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਵੀ ਚੰਗਾ ਕੰਮ ਕਰ ਰਹੀਆਂ, ਭਾਵੇਂ ਉਹ ਪਾਰਕਾਂ ਦੇ ਰੂਪ ਦੇ ਵਿੱਚ ਹੋਵੇ, ਭਾਵੇਂ ਲੋੜਵੰਦਾਂ ਦੀ ਮਦਦ ਦੇ ਰੂਪ ਦੇ ਵਿੱਚ ਹੋਵੇ, ਭਾਵੇਂ ਡਿਸਪੈਂਸਰੀਆਂ ਦੇ ਰੂਪ 'ਚ ਹੋਵੇ, ਭਾਵੇਂ ਸਕੂਲ ਦੇ ਕਮਰੇ ਬਣਾਉਣ ਦੇ ਰੂਪ ਦੇ ਵਿੱਚ ਹੋਵੇ, ਉਹਨਾਂ ਸਾਰੀਆਂ ਪੰਚਾਇਤਾਂ ਨੂੰ ਵੀ ਸ਼ਾਬਾਸ਼ ਦੇਣੀ ਬਣਦੀ ਹੈ। ਪਰ ਸਾਰੀਆਂ ਪੰਚਾਇਤਾਂ ਨੂੰ ਇੱਕ ਬੇਨਤੀ ਹੈ ਵੀ ਜਿੱਥੇ ਵੀ ਤੁਹਾਡਾ ਹੱਥ ਪੈਂਦਾ, ਜਿੱਥੇ ਵੀ ਤੁਹਾਡੇ ਕੋਲੇ ਵਸੀਲੇ ਹੈਗੇ ਆ, ਜਾਂ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਭੈਣਾਂ ਵੀਰ ਆ, ਉਹ ਵੀ ਆਪਣੇ ਪਿੰਡ ਦੀ ਪੰਚਾਇਤ ਨੂੰ ਕਹਿਣ ਵੀ ਆਪਾਂ ਵੀ 500 ਰੁਪਈਆ, 700 ਰੁਪਈਆ, 1000 ਰੁਪਈਆ, ਜਿੰਨੀ ਵੀ ਪੁੱਜਤਾ ਛੋਟੇ ਕਿਸਾਨਾਂ ਨੂੰ ਜਿਨ੍ਹਾਂ ਕੋਲੇ 2 ਕਿੱਲੇ ਜਾਂ 3 ਕਿੱਲੇ ਜ਼ਮੀਨ ਆ, ਜੇਕਰ ਉਹ ਆਪਣੇ ਖੇਤ ਦੇ ਵਿੱਚ ਅੱਗ ਨਹੀਂ ਲਾਉਣਗੇ, ਅਸੀਂ ਵੀ ਉਹਨਾਂ ਨੂੰ ਪੈਸੇ ਦੇਵਾਂਗੇ। ਬਿਲਕੁਲ। ਜੱਜ ਦਾ ਵਿਚਾਰ। ਹਰਮਨ ਜੀ, ਦਿਲਜੀਤ ਦੋਸਾਂਝ ਦੇ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਆ, ਆਪਣੇ ਉਹਨੂੰ ਕੀ ਕਹਿੰਦੇ ਹੁੰਦੇ ਆ, ਇੰਸਟਾਗ੍ਰਾਮ ਤੇ ਜੀ, ਤੇ ਉਹਦੇ ਉੱਤੇ ਉਹਨੇ ਸਾਂਝੀ ਕਰਕੇ ਨਾ ਤੇ ਇੱਕ ਬੇਬੇ ਦੀ ਗੱਲ ਕੀਤੀ ਆ ਜੀ। ਜਲੰਧਰ ਦੇ ਵਿੱਚ ਫਗਵਾੜਾ ਗੇਟ ਦੇ ਅੰਦਰ ਇੱਕ ਬੇਬੇ ਰਾਤ ਦੇ ਵੇਲੇ ਪਰੌਂਠੇ ਪਕਾਉਂਦੀ ਆ ਜੀ। ਬਿਲਕੁਲ ਉਹਨਾਂ ਦੀ ਜਿਹੜੀ ਆ ਉਹ ਬਿਰਧ ਅਵਸਥਾ ਤੇ ਉਹਨਾਂ ਦੇ ਚਿੱਟੇ ਵਾਲ ਆ, ਤੇ ਉਹ ਮਾਤਾ ਨਾ ਪਰੌਂਠੇ ਬਣਾਉਣ ਦੇ ਵਿੱਚ ਬੜੀ ਮੁਹਾਰਤ ਰੱਖਦੀ ਹੈ। ਮੈਂ ਤੁਹਾਨੂੰ ਕਹਿਣਾ ਸਾਹਿਬ ਯਾਦ ਕਰਵਾਉਣਾ ਚਾਹੁੰਦੀ ਆ, ਮਾਫੀ ਚਾਹੁੰਦੀ ਤੁਹਾਨੂੰ ਮੈਂ ਵਿੱਚ ਹੀ ਰੋਕ ਦਿੱਤਾ, ਪਰ ਜੇਕਰ ਤੁਹਾਨੂੰ ਯਾਦ ਹੋਏ ਤਾਂ ਪਿਛਲੇ ਸਾਲ ਇਹਨਾਂ ਬੇਬੇ ਜੀ ਦੇ ਨਾਲ ਮੈਂ ਮੁਲਾਕਾਤ ਕੀਤੀ ਸੀ ਪ੍ਰਾਈਮ ਵਿਮਨ ਦੇ ਵਿੱਚ। ਮੈਂ ਤੇ ਕੁਸਮ ਜੀ ਨੇ ਜਾ ਕੇ ਇਹਨਾਂ ਬੇਬੇ ਜੀ ਦੇ ਨਾਲ ਮੁਲਾਕਾਤ ਕੀਤੀ ਸੀ। ਇਹਨਾਂ ਦੇ ਪਰੌਂਠੇ ਅਸੀਂ ਖਾ ਕੇ ਆਏ ਸੀ। ਉਦੋਂ ਸਾਨੂੰ ਪਹਿਲੀ ਵਾਰ ਪਤਾ ਲੱਗਿਆ ਸੀ ਕਿ ਇਸ ਤਰੀਕੇ ਨਾਲ ਇੱਕ ਬੇਬੇ ਜੀ ਨੇ ਜਿਹੜੇ ਕਿ ਬਹੁਤ ਬਜ਼ੁਰਗ ਨੇ, ਤੇ ਰਾਤ ਨੂੰ 11 ਵਜੇ ਉਹ ਫਗਵਾੜਾ ਗੇਟ ਦੇ ਵਿੱਚ ਉੱਥੇ ਪਰੌਂਠੇ ਬਣਾਉਂਦੇ ਨੇ। ਤੇ ਉਦੋਂ ਜਾ ਕੇ ਇਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਸੀ ਤੇ ਸਾਰੀ ਸਥਿਤੀ ਜਿਹੜੀ ਹੈ ਉਹਦੇ ਬਾਰੇ ਚ ਜਾਣਿਆ ਸੀ। ਬਿਲਕੁਲ, ਬੜੀ ਚੰਗੀ ਗੱਲ ਹੈ। ਦੇਖੋ, ਹਿੰਮਤੀ ਲੋਕ ਆ ਨੇ ਜਿਹੜੇ, ਉਹ ਕਦੇ ਵੀ ਬਹਾਨਾ ਨਹੀਂ ਬਣਾਉਂਦੇ ਬਈ ਜੀ ਹੁਣ ਤਾਂ ਹਨੇਰਾ, ਦੇਖੋ ਜੀ ਮੇਰੀ ਉਮਰ ਕਿਹੋ ਜੀ ਆ, ਲੋਕ ਲੁੱਟਣ ਖੋਹਣ ਵਾਲੇ ਫਿਰਦੇ ਹੁੰਦੇ ਆ। ਬੇਬੇ ਜੀ ਕਹਿੰਦੇ ਮੇਰੇ ਕੋਲੇ ਗਵਾਉਣ ਨੂੰ ਕੁਛ ਹੈ ਨਹੀਂ, ਵੱਧ ਤੋਂ ਵੱਧ ਮੇਰੇ ਕੋਲੋਂ ਕੋਈ ਖੋਹ ਕੇ ਲੈ ਜਾਊਗਾ, ਸਿਲੰਡਰ ਲੈ ਜਾਊ, ਕੋਈ ਮੇਰੀ ਪ੍ਰਾਂਤ ਖੋ ਕੇ ਲੈ ਜੂ, ਕੋਈ ਮੇਰਾ ਚੱਕਲਾ ਵੇਲਣਾ ਖੋ ਕੇ ਲੈ ਜੂ, ਮੇਰੀ ਕੋਈ ਪਲੇਟ ਖੋ ਕੇ ਲੈ ਜੂ, ਮੇਰਾ ਛਾਬਾ ਲੈ ਜੂ, ਹੋਰ ਮੇਰੇ ਕੋਲੋਂ ਲੈ ਕੇ ਜਾਊ। ਸੋ ਰਾਤ ਨੂੰ 11 ਵਜੇ ਇਹ ਬੇਬੇ ਜਿਹੜੀ ਉਹ ਸੜਕ ਦੇ ਉੱਤੇ ਬਹਿੰਦੀ ਆ ਪਰੌਂਠੇ ਬਣਾਉਣ ਦੇ ਲਈ, ਤੇ ਸਵੇਰ ਦੇ 4-5 ਵਜੇ ਤੱਕ ਉੱਥੇ ਬਹਿੰਦੇ ਆ। ਜਿਹੜੇ ਵੀ ਉੱਥੋਂ ਲੋਕ ਲੰਘਦੇ ਆ ਰਾਤ ਨੂੰ ਕਿਸੇ ਕੰਮ ਧੰਦੇ ਦੇ ਲਈ, ਜਿਹੜੇ ਜਾਣਦੇ ਵੀ ਪਰੌਂਠੇ ਬੜੇ ਸਵਾਦ ਆ, ਤੇ ਉਹ ਇਸ ਬੇਬੇ ਦੇ ਕੋਲੋਂ ਪਰੌਂਠੇ ਖਾ ਕੇ ਤੇ ਨਿਹਾਲ ਹੋ ਜਾਂਦੇ ਆ। ਹੁਣ ਦਿਲਜੀਤ ਦੋਸਾਂਝ ਨੇ ਇਸ ਬੇਬੇ ਦੀ ਵੀਡੀਓ ਪਾ ਕੇ ਨਾ ਆਪਣੇ ਖਾਤੇ ਦੇ ਉੱਤੇ ਤੇ ਇਹ ਗੱਲ ਕਹੀ ਆ, ਮੈਂ ਪਿੱਛੇ ਜੇ ਜਲੰਧਰ ਗਿਆ ਸੀ, ਇਸ ਬੇਬੇ ਦੇ ਪਰੌਂਠੇ ਖਾਦੇ ਆ, ਬੇਬੇ ਨੇ ਉਮਰ ਨੂੰ ਮਾਤ ਪਾਤੀ ਆ। ਬੇਬੇ ਦੇ ਇਹ ਪਰੌਂਠੇ ਜਿਹੜੇ ਵੱਡੇ ਵੱਡੇ ਹੋਟਲਾਂ ਦੇ ਪਰੌਂਠਿਆਂ ਨੂੰ ਮਾਤ ਪਾਉਂਦੇ ਆ, ਤੇ ਰੱਬ ਇਹਨਾਂ ਨੂੰ ਰਾਜ਼ੀ ਰੱਖੇ। ਤੇ ਇਹ ਜਿਹੜੀ ਵੀਡੀਓ ਇਹ ਜੈਜ਼ੀ ਬੀ ਨੇ ਵੀ, ਐਮੀ ਵਿਰਕ ਨੇ ਵੀ, ਤੇ ਕਈ ਹੋਰਨਾਂ ਨੇ ਵੀ ਸਾਂਝੀ ਕੀਤੀ ਹੈ। ਜੀ ਬਿਲਕੁਲ। ਸੋ ਗੱਲ ਇਹ ਹੈ ਟਾਣਾ ਸਾਹਿਬ, ਸੋਸ਼ਲ ਮੀਡੀਆ ਦੇ ਫਾਇਦੇ ਬਹੁਤ ਨੇ, ਜੇ ਨੁਕਸਾਨ ਨੇ ਤਾਂ ਫਾਇਦੇ ਵੀ ਬਹੁਤ ਨੇ, ਕਿਉਂਕਿ ਬਹੁਤ ਵਾਰ ਜਿਹੜੇ ਲੋਕ ਚਾਹੇ ਉਹ ਕਲਾ ਦੇ ਖੇਤਰ ਦੇ ਨਾਲ ਜੁੜੇ ਹੋਣ, ਚਾਹੇ ਕਿਸੇ ਵੀ ਖੇਤਰ ਨਾਲ ਜੁੜੇ ਹੋਣ, ਜਿਨ੍ਹਾਂ ਨੂੰ ਨਾਮਣਾ ਨਹੀਂ ਮਿਲ ਪਾਉਂਦਾ, ਜਿਨ੍ਹਾਂ ਨੂੰ ਲੋਕ ਨਹੀਂ ਜਾਣ ਪਾਉਂਦੇ, ਇਹ ਸੋਸ਼ਲ ਮੀਡੀਆ ਉਹਨਾਂ ਨੂੰ ਪਛਾਣ ਦਿਵਾਉਂਦਾ। ਔਰ ਜਦੋਂ ਪਛਾਣ ਮਿਲਦੀ ਹੈ ਤੇ ਆਪਾਂ ਜਾਣਦੇ ਆ ਕਿ ਕਿੰਨਾ ਚੰਗਾ ਮਹਿਸੂਸ ਹੁੰਦਾ। ਔਰ ਉਹ ਬੇਬੇ ਜੀ ਜਿਸ ਹਿਸਾਬ ਨਾਲ ਮਿਹਨਤ ਕਰਦੇ ਨੇ, ਜਿਸ ਹਿਸਾਬ ਦੇ ਨਾਲ ਉਹ ਰਾਤ ਨੂੰ ਨਿਡਰ ਹੋ ਕੇ ਤੇ ਸੜਕ ਕੰਢੇ ਬਹਿ ਕੇ ਤੇ ਇਹ ਕੰਮ ਕਰਦੇ ਨੇ, ਇਹਦੇ ਤੋਂ ਕਈਆਂ ਨੂੰ ਵੇਖੋ ਤੁਸੀਂ ਕੀ ਕੁਝ ਸਿੱਖਣ ਨੂੰ ਮਿਲਦਾ। ਬਹੁਤੀ ਵਾਰ ਅਸੀਂ ਹਾਲਾਤਾਂ ਅੱਗੇ ਗੋਡੇ ਟੇਕ ਜਾਂਦੇ ਆ ਵੀ ਆ ਨਹੀਂ ਹੋ ਸਕਦਾ, ਮੈਂ ਨਹੀਂ ਕਰ ਸਕਦਾ, ਲੈ ਰਾਤ ਨੂੰ ਕੱਲੀ ਜਨਾਨੀ ਕੀ ਕਰੂਗੀ, ਹਨਾ। ਪਰ ਇਹ ਸਾਰੀਆਂ ਗੱਲਾਂ ਪਾਸੇ ਰੱਖ ਕੇ ਉਹ ਬੇਬੇ ਜੀ ਉੱਥੇ ਪਰੌਂਠੇ ਬਣਾਉਂਦੇ ਨੇ ਤੇ ਪਿਆਰ ਨਾਲ ਸਾਰਿਆਂ ਨੂੰ ਖਵਾਉਂਦੇ ਨੇ। ਇਹ ਮੈਨੂੰ ਲੱਗਦਾ ਹੈ ਕਿ ਹੋਰਨਾਂ ਦੇ ਲਈ ਇੱਕ ਬਹੁਤ ਵੱਡੀ ਐਗਜ਼ਾਮਪਲ ਹੈ ਜਿਹਦੇ ਤੋਂ ਸਿੱਖਣਾ ਚਾਹੀਦਾ। ਬਿਲਕੁਲ ਜੀ, ਇਹ ਉਦਾਹਰਨ ਬਹੁਤ ਵੱਡੀ ਹੈ। ਤੇ ਦੂਜੀ ਗੱਲ ਇਹ ਹੈ ਕਿ ਕੁਝ ਕਲਾਕਾਰ ਆ ਜਿਹੜੇ ਕਿ ਬਿਲਕੁਲ ਅਣਗੌਲੇ ਲੋਕਾਂ ਨੂੰ ਮੂਹਰੇ ਲੈ ਕੇ ਆਉਂਦੇ ਆ। ਮੈਂ ਇਸ ਪਾਲ ਦੇ ਵਿੱਚ ਬੱਬੂ ਮਾਨ ਨੂੰ ਵੀ ਖੜਾ ਕਰਦਾ। ਦਰਸ਼ਨ ਲੱਖੇਵਾਲੀ ਨੂੰ ਕੋਈ ਨਹੀਂ ਸੀ ਜਾਣਦਾ, ਉਹਨੇ ਉਹਨੂੰ ਕਿੱਥੋਂ ਤੱਕ ਪਹੁੰਚਾ ਦਿੱਤਾ। ਅੱਜ ਦਰਸ਼ਨ ਲੱਖੇਵਾਲੀ ਦੀ ਇੱਕ ਆਪਣੀ ਪਛਾਣ। ਗਾਇਕੀ ਦੇ ਵਿੱਚ ਕੋਈ ਵੱਧ ਹੋਵੇ ਘੱਟ ਹੋਵੇ ਇਹ ਬਾਅਦ ਦੀਆਂ ਗੱਲਾਂ, ਪਰ ਕਿਸੇ ਬੰਦੇ ਨੂੰ ਏਦਾਂ ਉਭਾਰ ਕੇ ਮੂਹਰੇ ਲੈ ਕੇ ਆਉਣਾ ਇਹ ਕੋਈ ਛੋਟੀ ਗੱਲ ਨਹੀਂ ਹੈਗੀ। ਬੰਦਾ ਆਪਦੇ ਲਈ ਬਹੁਤ ਕੁਝ ਕਰਦਾ, ਪਰ ਦੂਜੇ ਦੇ ਲਈ ਕੁਝ ਕਰਨਾ ਇਹ ਇੱਕ ਬਹੁਤ ਵੱਖਰੀ, ਨਿਆਰੀ ਤੇ ਵੱਡੀ ਗੱਲ ਹੈਗੀ ਆ। ਬੱਬੂ ਮਾਨ ਨੇ ਤੇ ਕਈ ਹੋਰ ਕਲਾਕਾਰਾਂ ਨੇ ਸਮੇਂ-ਸਮੇਂ ਦੇ ਉੱਤੇ ਕਈ ਲੋਕਾਂ ਦੇ ਲਈ ਕੰਮਕਾਜ ਕੀਤੇ ਆ। ਕਿਸੇ ਕਿਸਾਨ ਦਾ ਕਰਜ਼ਾ ਮਾਫ ਕਰਨ ਦੀ ਗੱਲ ਕੀਤੀ ਆ, ਕਦੇ ਕਿਸੇ ਦੀ ਕੋਈ ਆਰਥਿਕ ਮਦਦ ਵੈਸੇ ਕੀਤੀ ਆ। ਸਭ ਨੂੰ ਕਰਨੀ ਚਾਹੀਦੀ ਹੈ ਮਦਦ। ਸੋ ਬੱਬੂ ਨੂੰ ਤੇ ਦਿਲਜੀਤ ਨੂੰ ਅਸੀਂ ਇਸ ਗੱਲੋਂ ਮੁਬਾਰਕਬਾਦ ਦਿੰਦੇ। ਕੋਈ ਨਵੇਂ ਲੋਕਾਂ ਲਈ ਵੀ ਸੋਚਦੇ ਆ। ਉਸ ਤੋਂ ਅਗਲੀ ਗੱਲ ਇਹ ਆ ਕਿ ਦਿੱਲੀ ਦੇ ਵਿੱਚ ਨਾ ਇੱਕ ਬਾਬੇ ਕਾ ਢਾਬਾ,
ਜੀ ਉਹ ਬੜਾ ਮਸ਼ਹੂਰ ਹੋਇਆ ਪਿੱਛੇ ਜੇ। ਹਾਂਜੀ। ਗੌਰਵ ਵਾਸਨ ਨਾਂ ਦਾ ਇੱਕ ਮੁੰਡਾ ਯੂਟਿਊਬਰ ਆ ਜਿਹੜਾ, ਉਹਦੇ ਵੱਲੋਂ ਇੱਕ ਵੀਡੀਓ ਬਣਾਈ ਗਈ ਸੀ ਵੀ ਲੋਕਡਾਊਨ ਦੇ ਵਿੱਚ ਤਾਲਾਬੰਦੀ ਦੇ ਵਿੱਚ ਬਜ਼ੁਰਗ ਆ ਜਿਹੜਾ ਕਾਂਤਾ ਪ੍ਰਸਾਦ, ਉਹ ਆਪਣੀ ਘਰਵਾਲੀ ਦੇ ਨਾਲ, ਬਜ਼ੁਰਗ ਜਿਹੜੀ ਉਹਦੀ ਪਤਨੀ ਆ ਉਹਦੇ ਨਾਲ ਬੈਠ ਕੇ ਤੇ ਵਿਚਾਰੇ ਰੋਂਦੇ ਸੀਗੇ ਜੀ, ਕਿਉਂਕਿ ਉਹਨਾਂ ਦੇ ਢਾਬੇ ਦੇ ਉੱਤੇ ਆਉਂਦਾ ਕੋਈ ਨਹੀਂ, ਉਹ ਰੇਹੜੀ ਨੂੰਮਾ ਢਾਬਾ। ਜਦੋਂ ਇਹ ਵੀਡੀਓ ਪਈ ਤੇ ਲੋਕਾਂ ਦਾ ਉੱਥੇ ਮੈਂ ਨਾ ਹੜ ਆ ਗਿਆ, ਲੋਕ ਉੱਥੇ ਜਾ ਜਾ ਕੇ ਚੀਜ਼ਾਂ ਖਾਂਦੇ ਤੇ ਖਰੀਦਦੇ ਤੇ ਉਹਦਾ ਚੰਗਾ ਕਾਰੋਬਾਰ ਚੱਲ ਪਿਆ। ਹੁਣ ਤਾਂ ਮਸ਼ਹੂਰੀ ਇਦਾਂ ਹੋ ਗਈ ਆ ਵੀ ਜੇਕਰ ਜਾਣਾ ਕਿਤੇ ਅਗਲਾ ਕਹਿੰਦਾ ਬਾਬੇ ਕੇ ਢਾਬੇ ਦੇ ਕੋਲੇ ਆ ਜੀ। ਪਰ ਉਹਦੇ ਵੱਲੋਂ ਕਾਂਤਾ ਪ੍ਰਸਾਦ ਦੇ ਵੱਲੋਂ ਗੌਰਵ ਵਾਸਨ ਦੇ ਉੱਤੇ ਦੋਸ਼ ਲਾਏ ਗਏ ਆ। ਕਾਹਦੇ ਦੋਸ਼? ਉਹਨਾਂ ਨੇ ਕਿਹਾ ਜੀ ਕਿ ਮੈਨੂੰ ਪਤਾ ਲੱਗਾ ਕਿ ਇਸ ਮੁੰਡੇ ਨੇ ਆਪਦੇ ਖਾਤੇ ਦੇ ਵਿੱਚ ਪੈਸੇ ਪਵਾ ਲਏ ਲੋਕਾਂ ਤੋਂ 20 ਲੱਖ ਰੁਪਈਆ, ਮੈਨੂੰ ਪੌਣੇ ਕਿ 3 ਲੱਖ ਰੁਪਈਆ ਜਾਂ 3 ਲੱਖ ਰੁਪਈਆ ਦਿੱਤਾ। ਅੱਛਾ ਜੀ। ਉਸ ਮੁੰਡੇ ਨੇ ਇਹ ਗੱਲ ਕਹੀ ਹੈ ਜੀ ਕਿ ਜੋ ਪੈਸਾ ਆਇਆ, ਕਿਉਂਕਿ ਲੋਕਾਂ ਨੇ ਮਦਦ ਦੇ ਲਈ ਇਸ ਬਜ਼ੁਰਗ ਜੋੜੇ ਵਾਸਤੇ ਪੈਸੇ ਭੇਜੇ, ਉਹ ਮੈਂ ਸਾਰੇ ਦੇ ਸਾਰੇ ਸੌਂਪ ਦਿੱਤੇ ਆ। ਪਰ ਬਜ਼ੁਰਗ ਨੇ ਇਹ ਗੱਲ ਕਹੀ ਹੈ ਕਿ ਮੈਨੂੰ ਪੈਸੇ ਨਹੀਂ ਮਿਲੇ। ਪਰ ਮੈਂ ਨਾ ਇੱਥੇ ਇੱਕ ਟਿੱਪਣੀ ਜ਼ਰੂਰ ਕਰਨੀ ਚਾਹੁੰਦਾ ਬਈ ਇਸ ਬਜ਼ੁਰਗ ਜੋੜੇ ਨੂੰ ਜਾਣਦਾ ਵੀ ਕੋਈ ਨਹੀਂ ਸੀ ਜੀ। ਜਿਹਨੇ ਕੰਮ ਕੀਤਾ ਉਹਦਾ ਧੰਨਵਾਦ, ਪਰ ਪਾਰਦਰਸ਼ਤਾ ਵੀ ਜ਼ਰੂਰੀ ਹੈ। ਜੇ ਤਾਂ ਬਾਬੇ ਦੇ ਕੋਲੇ ਕੋਈ ਸਬੂਤ ਵੀ ਹੈਗਾ ਵੀ ਭਾਈ 20 ਲੱਖ ਰੁਪਈਆ ਆਇਆ ਤੇ ਮੈਨੂੰ ਮਿਲਿਆ 3 ਜਾਂ ਪੌਣੇ 3, ਫਿਰ ਤਾਂ ਗੱਲ ਕਰਨੀ ਚਾਹੀਦੀ ਹੈ। ਪਰ ਜੇਕਰ ਸਬੂਤ ਹੈ ਨਹੀਂ ਤਾਂ ਬਿਨਾਂ ਗੱਲੋਂ ਐਵੇਂ ਦੋਸ਼ ਨਹੀਂ ਲਾਉਣੇ ਚਾਹੀਦੇ। ਇਦਾਂ ਕਰਨ ਦੇ ਨਾਲ ਕਈ ਵਾਰ ਨਾ ਜਿਹੜਾ ਬੰਦਾ ਕੰਮ ਕਰਦਾ ਉਹਦਾ ਹੌਸਲਾ ਪਸਤ ਹੁੰਦਾ। ਸੋ ਸਬੂਤ ਪਹਿਲਾਂ ਮੂਹਰੇ ਰੱਖਣੇ ਚਾਹੀਦੇ ਆ, ਅਗਲੀ ਗੱਲ ਫੇਰ ਕਰਨੀ ਚਾਹੀਦੀ। ਬਿਲਕੁਲ ਸਹੀ। ਰਾਣਾ ਸਾਹਿਬ, ਕੁਝ ਦਿਨ ਪਹਿਲਾਂ ਇੱਕ ਖਬਰ ਆਈ ਸੀ ਜਿਸ ਤੋਂ ਬਾਅਦ ਵਿੱਚ ਉਹ ਕਹਿ ਲੋ ਵੀ ਨਾ ਜਿਹੜੇ ਮਾਪੇ ਨੇ, ਜਿਹੜੇ ਬੱਚਿਆਂ ਦੇ ਮਾਪੇ ਨੇ, ਉਹਨਾਂ ਦਾ ਚਿੰਤਾ ਦਾ ਪੱਧਰ ਬਹੁਤ ਵੱਧ ਗਿਆ ਸੀ ਕਿਉਂਕਿ ਇੱਕ ਬੱਚੇ ਨਾਲ ਜੁੜੀ ਹੋਈ ਇਹ ਖਬਰ ਸੀ। ਇਹ ਬੱਚਾ 10ਵੀਂ ਦਾ ਵਿਦਿਆਰਥੀ ਸੀ ਤੇ ਤਰਨਵੀਰੇ ਦਾ ਨਾਮ ਹੈ ਬੱਚੇ ਦਾ, ਔਰ ਬਲਾਚੌਰ ਦਾ ਰਹਿਣ ਵਾਲਾ ਸੀ। ਇਸ ਬੱਚੇ ਨੂੰ ਅਗਵਾ ਕਰ ਲਿਆ ਗਿਆ ਸੀ। ਹੁਣ ਇਹ ਮਾਮਲਾ ਜਿਹੜਾ ਉਹ ਸਾਰਾ ਖੁੱਲ ਕੇ ਸਾਹਮਣੇ ਆਇਆ ਕਿ ਆਖਰਕਾਰ ਅਗਵਾ ਕਰਨ ਤੋਂ ਬਾਅਦ ਇਸ ਬੱਚੇ ਦਾ ਕਤਲ ਕਿਉਂ ਕੀਤਾ ਗਿਆ। ਤੇ ਜਦੋਂ ਮੈਂ ਕਹਾਣੀ ਪੜ੍ਹੀ ਤੇ ਸੁਣੀ, ਮੈਂ ਹੈਰਾਨ ਹੋ ਗਈ ਕਿ ਲੋਕ ਇਦਾਂ ਦੇ ਤਰੀਕੇ ਵੀ ਲੱਭਦੇ ਨੇ ਪੈਸਾ ਕਮਾਉਣ ਦੇ ਲਈ, ਜਾਂ ਕਹਿ ਲੋ ਵੀ ਦੂਸਰੇ ਮੁਲਕਾਂ ਦੇ ਵਿੱਚ ਜਾਣ ਦੇ ਲਈ। ਮੈਂ ਪਹਿਲਾਂ ਕਦੇ ਨਹੀਂ ਸੀ ਸੁਣਿਆ, ਪਰ ਹੁਣ ਹੈਰਾਨ ਆ ਮੈਂ। ਤੁਹਾਨੂੰ ਸ਼ਾਇਦ ਚੇਤੇ ਨਹੀਂਗਾ, ਕੁਝ ਕੁ ਵਰੇ ਪਹਿਲਾਂ ਦੀ ਗੱਲ ਆ ਜੀ। ਪੰਜਾਬ ਦੇ ਇੱਕ ਫਿਲਮ ਸਾਜ਼ ਨੇ ਜਿਹੜਾ ਕਿ ਫਿਲਮਾਂ ਬਣਵਾਉਂਦਾ, ਉਹਨੇ ਫਿਲਮ ਤਿਆਰ ਕਰਨੀ ਸੀਗੀ, ਉਹਦੇ ਕੋਲੇ ਪੈਸੇ ਹੈ ਨਹੀਂ ਸੀ। ਉਹਨੇ ਇੱਕ ਅਮੀਰ ਘਰ ਦਾ ਨਿਆਣਾ ਅਗਵਾ ਕਰਵਾ ਲਿਆ ਸੀ। ਉਹਨੇ ਵੀ ਮੰਗਿਆ ਸੀਗਾ 70-80 ਲੱਖ ਰੁਪਈਆ। ਅੱਛਾ ਜੀ। ਬਾਅਦ ਦੇ ਵਿੱਚ ਉਹਦੀ ਪੋਲ ਖੁੱਲ ਗਈ, ਫਿਰ ਉਹ ਜੇਲ੍ਹ ਦੇ ਵਿੱਚ ਵੀ ਜਾ ਕੇ ਆਇਆ। ਯਾਨੀ ਕਿ ਇਹੋ ਜਿਹਾ ਕੰਮ ਕਾਜ ਆ, ਲੋਕ ਆਪਣੇ ਸੁਪਨੇ ਪੂਰੇ ਕਰਨ ਦੇ ਲਈ ਕਈ ਵਾਰੀ ਕਰਦੇ ਆ। ਇਹੋ ਜਿਹਾ ਕੰਮ ਬਿਲਕੁਲ ਨਹੀਂ ਕਰਨਾ ਚਾਹੀਦਾ। ਨੀਤ ਨੇਕ ਹੋਣੀ ਚਾਹੀਦੀ ਆ ਤੇ ਜੇਕਰ ਤੁਹਾਡੀਆਂ ਨੀਤੀਆਂ ਨਹੀਂ ਨੇਕ ਹੈਗੀਆਂ ਤੇ ਫਿਰ ਤੁਹਾਨੂੰ ਸਫਲਤਾ ਕਦੇ ਵੀ ਨਹੀਂ ਮਿਲਦੀ। ਗਲਤ ਕੰਮ ਦਾ ਨਤੀਜਾ ਗਲਤ ਹੀ ਨਿਕਲਣਾ, ਭਾਵੇਂ ਅੱਜ ਨਿਕਲੇ ਤੇ ਭਾਵੇਂ 6 ਮਹੀਨੇ ਠਹਿਰ ਕੇ ਨਿਕਲ ਆਵੇ। ਹੁਣ ਇਹੋ ਜਿਹੀ ਖਬਰ ਆਈ ਹੈ ਜਿਹੜੀ ਬਲਾਚੌਰ ਦੀ, ਤੁਸੀਂ ਤਰਨਵੀਰ ਸਿੰਘ ਦੀ ਗੱਲ ਕੀਤੀ ਹੈ। 10ਵੀਂ ਕਲਾਸ ਦੇ ਇਸ ਬੱਚੇ ਨੂੰ, ਇਸ ਵਿਦਿਆਰਥੀ ਨੂੰ ਅਗਵਾ ਕੀਤਾ 15 ਲੱਖ ਦੀ ਫਿਰੌਤੀ ਵਾਸਤੇ। ਕਿਉਂਕਿ ਜਿਨ੍ਹਾਂ ਨੇ ਅਗਵਾ ਕੀਤਾ ਇੱਕ ਜਤਿੰਦਰ ਹੈ, ਇੱਕ ਸਚਨ ਭਾਟੀ ਹੈ। ਇਹਨਾਂ ਦੋਹਾਂ ਨੇ ਮਿਲ ਕੇ ਬੱਚੇ ਨੂੰ ਅਗਵਾ ਤਾਂ ਕੀਤਾ ਬਈ ਇਹਨੇ ਕੈਨੇਡਾ ਜਾਣਾ। ਜਤਿੰਦਰ ਨੇ, ਉਹਨੂੰ 15 ਲੱਖ ਰੁਪਈਆ ਦੀ ਲੋੜ ਆ। ਉਹਨੂੰ ਪਤਾ ਸੀ ਵੀ ਤਰਨਵੀਰ ਦੇ ਮਾਪਿਆਂ ਦੀ ਜਿਹੜੀ ਜ਼ਮੀਨ ਆ ਨਾ ਚੰਡੀਗੜ੍ਹ ਦੇ ਕੋਲੇ ਤੇ ਬੜੀ ਮਹਿੰਗੀ ਜ਼ਮੀਨ ਆ ਤੇ ਜਿੰਨੇ ਪੈਸੇ ਮੰਗਾਂਗੇ ਇਹ ਦੇ ਦੇਣਗੇ। ਪਰ ਜਦੋਂ ਪੈਸੇ ਦੇਣ ਦੇ ਵਿੱਚ ਕੋਈ ਲੇਟ ਲਤੀਫੀ ਹੋਈ ਜਾਂ ਕੋਈ ਵੀ ਕਾਰਨ ਬਣ ਗਿਆ, ਇਹਨਾਂ ਨੇ ਇਸ ਬੱਚੇ ਦਾ, ਤਰਨਵੀਰ ਦਾ, ਰੱਸੀ ਦੇ ਨਾਲ ਗਲ ਘੁੱਟ ਕੇ ਉਹਦਾ ਕਤਲ ਕਰ ਦਿੱਤਾ, ਉਹਨੂੰ ਮਾਰ ਦਿੱਤਾ। ਹੁਣ ਇਸ ਮਾਮਲੇ ਦੀ ਪੋਲ ਖੁੱਲੀ ਆ ਵੀ ਲੋਕ ਬਾਹਰਲੇ ਮੁਲਕ ਦੇ ਵਿੱਚ ਜਾਣ ਦੇ ਲਈ ਇਹੋ ਜਿਹੀਆਂ ਕਰਤੂਤਾਂ ਵੀ ਕਰਦੇ ਆ। ਜੀ, ਇਹ ਜਿਹੜਾ ਬੱਚਾ ਹੈ ਇਹ ਇਸ ਜਤਿੰਦਰ ਦਾ ਗਵਾਂਢੀ ਸੀਗਾ ਤੇ ਇਸ ਜਤਿੰਦਰ ਨੇ, ਤੁਸੀਂ ਵੇਖੋ ਵੀ ਪੈਸਾ, ਮਤਲਬ ਮੈਂ ਹੈਰਾਨ ਆ ਕਿ 15 ਲੱਖ ਰੁਪਈਆ ਕਿਸੇ ਦੀ ਜ਼ਿੰਦਗੀ ਦੀ ਕੀਮਤ ਵੀ ਨਹੀਂ ਆ, ਹਨਾ, ਵੀ ਤੁਸੀਂ 15 ਲੱਖ ਦੇ ਲਈ ਇੱਕ ਬੱਚੇ ਨੂੰ ਮਾਰ ਦਿੱਤਾ। ਬਹੁਤ ਸਾਰੇ ਹੋਰ ਤਰੀਕੇ ਹੋ ਸਕਦੇ ਸੀ ਆਪਣੇ ਸੁਪਨਿਆਂ ਨੂੰ ਪੂਰੇ ਕਰਨ ਦੇ, ਪਰ ਇਹਦੇ ਲਈ ਤੁਸੀਂ ਕਿਸੇ ਦੇ ਘਰ ਦਾ ਚਿਰਾਗ ਹੀ ਬੁਝਾ ਦਿਓ। ਇਹ ਕਿਤੋਂ ਦੀ ਸਿਆਣਪ ਨਹੀਂ ਹੈਗੀ। ਅੱਜ ਕੱਲ ਲੋਕ ਨਾ ਟੈਣਾ ਸਾਹਿਬ ਡਰਦੇ ਨਹੀਂ ਹੈਗੇ। ਪਤਾ ਨਹੀਂ, ਪਹਿਲਾਂ ਇਹ ਹੁੰਦਾ ਸੀ ਵੀ ਕਹਿੰਦੇ ਹੁੰਦੇ ਸੀ ਖੂਨ ਵੇਖ ਕੇ ਵੀ ਡਰ ਲੱਗਦਾ ਹੈ, ਜਾਂ ਲੋਕ ਕੋਈ ਕਿਸੇ ਨਾਲ ਮਾੜੀ ਨਹੀਂ ਸੀ ਕਰਦਾ। ਪਰ ਅੱਜ ਕੱਲ ਲੋਕਾਂ ਦੇ ਮਨਾਂ 'ਚੋਂ ਜਿਹੜਾ ਡਰ ਹੈ ਉਹ ਖਤਮ ਹੋ ਚੁੱਕਿਆ ਹੈ। ਕੋਈ ਨਹੀਂ ਡਰਦਾ। ਇੱਥੇ ਪੰਜਾਬ ਦੇ ਵਿੱਚ ਖੂਨ ਵਿਕ ਰਿਹਾ ਜੀ, ਪੰਜਾਬ ਦੇ ਵਿੱਚ ਪਾਣੀ ਵਿਕ ਰਿਹਾ, ਪੰਜਾਬ ਦੇ ਵਿੱਚ ਕਿਡਨੀਆਂ ਵਿਕ ਰਹੀਆਂ, ਪੰਜਾਬ ਦੇ ਵਿੱਚ ਮਨੁੱਖ ਵਿਕ ਰਹੇ ਆ, ਇੱਜ਼ਤਾਂ ਵਿਕ ਰਹੀਆਂ, ਜ਼ਮੀਨਾਂ ਵਿਕ ਰਹੀਆਂ, ਜ਼ਮੀਰਾਂ ਵਿਕ ਰਹੀਆਂ। ਮੈਂ ਤਾਂ ਕਦੇ ਕਦੇ ਸੋਚਦਾ ਵੀ ਸਾਡੇ ਇੱਥੇ ਪੱਲੇ ਹੈ ਕੀ ਆ। ਸਭ ਕੁਝ ਵਿਕਾਊ ਆ, ਸਾਰਾ ਕੁਝ ਵਿਕਾਊ ਆ। ਮੈਂ ਨਾ ਪਿੱਛੇ ਜੇ ਇੱਕ ਬੰਦੇ ਦੀ ਕਹਾਣੀ ਪੜ੍ਹੀ, ਉਹਦੇ ਵਿੱਚ ਲਿਖਿਆ ਸੀਗਾ ਵੀ ਬੰਦੇ ਬਹੁ ਗਿਣਤੀ ਵਿਕਾਊ। ਉਹਨੇ ਤਾਂ 100% ਕਿਹਾ, ਪਰ ਮੈਂ ਮੰਨਦਾ ਵੀ ਚਲੋ 100% ਨਹੀਂ ਹੋਣਗੇ, 98 ਜਾਂ 97% ਹੋਣਗੇ। ਉਹ ਕਹਿੰਦੇ ਵੀ ਬੰਦੇ ਸਾਰੇ ਵਿਕਾਊ ਹੁੰਦੇ ਆ, ਪਰ ਉਹਦਾ ਮੁੱਲ ਸਹੀ ਲੱਗਣਾ ਚਾਹੀਦਾ। ਜੇਕਰ ਕਿਸੇ ਦਾ ਮੁੱਲ ਸਹੀ ਲੱਗ ਜੇ ਤਾਂ ਉਹ ਬੰਦਾ ਸਰੈਂਡਰ ਕਰ ਦਿੰਦਾ, ਉਹ ਸਮਰਪਣ ਕਰ ਦਿੰਦਾ ਵੀ ਹਾਂ ਯਾਰ ਫਿਰ ਮੈਂ ਆਹ ਕੰਮ ਤੁਹਾਡਾ ਕਰ ਦਿੰਦਾ। ਸੋ ਪੈਸਾ ਇਹੋ ਜਿਹਾ ਬਣ ਗਿਆ ਵੀ ਇਹੋ ਜਿਹਾ ਨਾਗਵਲ ਪਾ ਲਿਆ ਬੰਦੇ ਨੂੰ ਵੀ ਬੰਦਾ ਆਪਣੀ ਔਕਾਤ ਵੀ ਭੁੱਲ ਗਿਆ ਤੇ ਬੰਦਾ ਆਪਣੇ ਫਰਜ਼ ਵੀ ਭੁੱਲ ਗਿਆ। ਹੁਣ ਜੇਕਰ ਤੁਹਾਡੇ ਕੋਲੇ ਆਈਲੈਟਸ ਕਰਨ ਦੇ ਲਈ ਨਹੀਂ ਯੋਗਤਾ ਤੇ ਫਿਰ ਤੁਸੀਂ ਨਾ ਜਾਓ। ਜੇ ਤੁਹਾਡੇ ਕੋਲੇ ਪੈਸੇ ਹੈ ਨਹੀਂਗੇ ਤੁਸੀਂ ਨਾ ਜਾਓ, ਇੱਥੇ ਕੰਮਕਾਜ ਕਰ ਲਓ। ਪਰ ਜਾਣਾ ਵੀ ਬਾਹਰ ਆ,
ਤੇ ਗਲਤ ਤਰੀਕਾ ਵੀ ਅਪਣਾਉਣਾ, ਦੂਜੇ ਦਾ ਬੱਚਾ ਵੀ ਮਾਰਤਾ, ਤੇ ਪਤਾ ਨਹੀਂ ਇਹਨਾਂ ਲੋਕਾਂ ਦੀ ਮੱਤ ਨੂੰ ਕੀ ਹੋ ਗਿਆ। ਤੁਸੀਂ ਇਹ ਵੇਖੋ ਵੀ ਹੁਣ ਕੀ ਭਲਾ ਜਿਹੜਾ ਆ ਸਾਰੀ ਪੋਲ ਖੁੱਲ ਗਈ ਹੈ ਤੇ ਇਸ ਤੋਂ ਬਾਅਦ ਕੀ ਬਾਹਰ ਦਾ ਵੀਜ਼ਾ ਲੱਗ ਜਾਊਗਾ? ਇਸ ਤੋਂ ਬਾਅਦ ਕੀ ਹੁਣ ਤੁਸੀਂ ਜੇਲ੍ਹ ਦੇ ਚੱਕਰ ਕੱਟਣ ਤੋਂ ਇਲਾਵਾ ਕੁਝ ਤੁਹਾਡੇ ਪੱਲੇ ਰਹਿ ਜਾਊਗਾ? ਪਤਾ ਨਹੀਂ ਕਿਉਂ ਲੋਕ ਕਾਹਲ ਦੇ ਵਿੱਚ ਕੁਝ ਵੀ ਕਰ ਜਾਂਦੇ ਨੇ ਤੇ ਕਦੇ ਵੀ ਦੂਰਸੀ ਸਿੱਟੇ ਜਿਹੜੇ ਨੇ ਉਹਨਾਂ ਬਾਰੇ ਸੋਚਦੇ ਹੀ ਨਹੀਂ ਵੀ ਜੇਕਰ ਮੈਂ ਫੜਿਆ ਗਿਆ, ਜੇ ਪੋਲ ਖੁੱਲ ਗਈ ਤਾਂ ਫਿਰ ਆ ਕੁਝ ਵੀ ਹੋ ਸਕਦਾ ਹੈ, ਜਾਂ ਕਿਸੇ ਦੀ ਜ਼ਿੰਦਗੀ ਦੀ ਕੀਮਤ ਅਸੀਂ ਇਸ ਤਰੀਕੇ ਨਾਲ ਨਹੀਂ ਲਗਾ ਸਕਦੇ। ਪਰ ਨਹੀਂ, ਹਰ ਕੋਈ ਮਤਲਬ ਆਪਣਾ ਦਾਅ ਲਾਉਂਦਾ ਜੀ, ਜਿਵੇਂ ਜਿਹਦਾ ਲੱਗ ਜਾਵੇ ਤਾਂ ਠੀਕ ਹੈ ਹਨਾ। ਹਰ ਬੰਦੇ ਨੂੰ ਇਹ ਹੈ ਕਿ ਮੈਂ ਸਿਆਣਾ ਵਾਧਾਂ, ਮੈਂ ਮੋਹਰੇ ਨਿਕਲ ਜਾਵਾਂ, ਬਾਕੀ ਚਾਹੇ ਸਾਰੇ ਪਿੱਛੇ ਹੀ ਰਹਿ ਜਾਣ। ਬਿਲਕੁਲ ਸਹੀ। ਜੱਜ ਦਾ ਵਿਚਾਰ। ਟਾਣਾ ਸਾਹਿਬ, ਮੈਂ ਚਾਹੁੰਦੀ ਹਾਂ ਵੀ ਹੁਣ ਦੁਨੀਆ ਦੀ ਸੁਪਰ ਪਾਵਰ ਦੀ ਆਪਾਂ ਗੱਲ ਕਰੀਏ, ਵੱਡੀ ਤਾਕਤ। ਹਾਂ, ਦੁਨੀਆ ਦੀ ਸਭ ਤੋਂ ਵੱਡੀ ਤਾਕਤ ਦੀ ਆਪਾਂ ਗੱਲ ਕਰੀਏ, ਉਹ ਹੈ ਅਮਰੀਕਾ। ਤੇ ਅਮਰੀਕਾ ਦੇ ਵਿੱਚ ਤੁਹਾਨੂੰ ਪਤਾ ਹੈ ਵੀ ਇਸ ਵੇਲੇ ਮਾਹੌਲ ਕਿਹੋ ਜਿਹਾ ਚੱਲ ਰਿਹਾ, ਕੋਈ ਕਿਸੇ ਨੂੰ ਕੁਝ ਕਹੀ ਜਾਂਦਾ, ਕੋਈ ਕਿਸੇ ਨੂੰ ਕੁਝ ਕਹੀ ਜਾਂਦਾ ਹੈ। ਪਰ ਜਿਹੋ ਜਿਹੀਆਂ ਬਿਆਨਬਾਜ਼ੀਆਂ ਹੋ ਰਹੀਆਂ ਨੇ ਉਸ ਹਿਸਾਬ ਨਾਲ ਨਾ ਮੈਨੂੰ ਵਾਕਈ ਐ ਲੱਗਣ ਲੱਗ ਗਿਆ ਵੀ ਇਹ ਭਾਰਤ ਵਰਗਾ ਹੀ ਹਾਲ ਹੈ। ਨਹੀਂ, ਭਾਰਤ ਵਰਗਾ ਨਹੀਂ, ਉਹ ਭਾਰਤੀ ਆ ਹੁਣ। ਹਾਂ, ਕੋਈ ਬਹੁਤੀ ਵੱਡਾ ਫਰਕ ਨਹੀਂ ਹੈ। ਹਾਲਾਤ ਆ ਨਾ ਜਿਹੜੇ ਇੱਕ ਦੂਜੇ ਦਾ ਪੈਰ ਮਿੰਧਣ ਵਾਲੇ, ਇੱਕ ਦੂਜੇ ਦੇ ਉੱਤੇ ਦੋਸ਼ ਲਾਉਣ ਵਾਲੇ। ਮੈਂ ਤਾਂ ਕੱਲ ਇਹ ਵੀ ਸੋਚਦਾ ਸੀਗਾ ਵੀ ਜੇ ਕਿਤੇ ਟਰੰਪ ਹੋਰਾਂ ਨੂੰ ਮੌਕਾ ਮਿਲੇ ਨਾ, ਉਹ ਭਾਰਤੀ ਰਾਜਨੀਤੀ ਦੇ ਵਿੱਚ ਬਿਲਕੁਲ ਫਿੱਟ ਹੋਣ ਦੇ ਕਾਬਿਲ ਆ। ਮੈਂ ਦਾਅਵੇ ਨਾਲ ਕਹਿਣਾ ਵੀ ਉਹ ਬਹੁਤ ਉੱਤੇ ਤੱਕ ਜਾਣਗੇ ਭਾਰਤ ਦੇ ਵਿੱਚ, ਜੇਕਰ ਉਹ ਕੁਝ ਬਣਨਾ ਚਾਹਣ ਨਾ। ਜਿਨ੍ਹਾਂ ਦੇ ਨਾਲ ਉਹਨਾਂ ਦੀ ਯਾਰੀ ਆ, ਬਿਲਕੁਲ ਹੂਬਹੂ ਉਹਨਾਂ ਦਾ ਅਸਰ ਉਹਨਾਂ ਦੇ ਉੱਤੇ ਹੈਗਾ। ਪਤਾ ਨਹੀਂ ਉਹਨਾਂ ਤੋਂ ਸਾਡੇ ਵਾਲੇ ਸਿੱਖੇ ਆ, ਸਾਡੇ ਵਾਲਿਆਂ ਤੋਂ ਉਹ ਸਿੱਖੇ ਆ, ਇਹ ਰੱਬ ਹੀ ਜਾਣਦਾ। ਪਰ ਬਿਲਕੁਲ ਉਹ ਜੀ ਭਾਰਤ ਦੇ ਲਈ ਕੁਆਲੀਫਾਈ ਜਿਹਨੂੰ ਕਹਿੰਦੇ ਅੰਗਰੇਜ਼ੀ ਚ, ਉਹ ਕਰਦੇ ਆ। ਉਹ ਆਪਦੀ ਇੱਥੇ ਵੀ ਕਿਸਮਤ ਅਜ਼ਮਾ ਸਕਦੇ ਆ, ਖੁੱਲਾ ਮੌਕਾ। ਕਿਉਂਕਿ ਭਾਰਤ ਦੇ ਵਿੱਚ ਤਾਂ 17 ਤੋਂ ਬਾਅਦ ਬੰਦੇ ਨੂੰ ਕਹਿੰਦੇ ਵੀ ਭਾਈ ਸਿਆਣਾ, ਤੇ 17 ਤੋਂ ਬਾਅਦ ਕਹਿੰਦੇ ਵੀ ਭਾਈ ਇਹਨੂੰ ਜੋ ਮਰਜ਼ੀ ਬਣਾ ਦਿਓ। ਇੱਥੇ ਤਾਂ 95 ਸਾਲ ਦਾ ਬੰਦਾ ਕਹਿੰਦਾ ਮੈਂ ਰਾਸ਼ਟਰਪਤੀ ਵੀ ਬਣਨਾ, ਮੁੱਖ ਮੰਤਰੀ ਆ ਜਿਹੜਾ ਉਹ ਭੁੱਲ ਜਾਂਦਾ ਮੇਰੀ ਉਮਰ ਦਾ ਪੜਾ ਕਿਹੋ ਜਿਹਾ। ਸੋ ਇੱਥੇ ਚੱਲਦਾ ਤੇ ਇੱਥੇ ਜੋ ਮਰਜ਼ੀ ਕਰ ਲੋ। ਮੈਂ ਤਾਂ ਹੈਰਾਨ ਰਹਿ ਗਿਆ ਕੱਲ ਖਬਰ ਪੜ੍ਹ ਕੇ ਬਈ ਬਿਹਾਰ ਦੇ ਵਿੱਚ ਦੂਜੇ ਪੜਾਅ ਦੀਆਂ ਚੋਣਾਂ ਅਮਨ ਸ਼ਾਂਤੀ ਦੇ ਨਾਲ ਪਈਆਂ, ਤੇ ਨਾਲ ਉਹਦੇ ਬਰਾਬਰ ਖਬਰ ਲੱਗੀ ਅਮਰੀਕਾ ਦੇ ਵਿੱਚ ਹੋ ਸਕਦੀਆਂ ਝੜਪਾਂ। ਮੈਂ ਕਿਹਾ ਵੀ ਅਮਰੀਕਾ ਤਾਂ ਬਿਹਾਰ ਤੋਂ ਵੀ ਭੈੜਾ ਬਣ ਗਿਆ ਫਿਰ। ਸੋ ਇਸ ਕਰਕੇ ਭਾਈ ਉੱਥੇ ਜਿਹੜਾ ਜੋ ਬਾਈਡਨ ਤੇ ਜਿਹੜਾ ਡੋਨਾਲਡ ਟਰੰਪ ਜਿਹਨੂੰ ਕਹਿੰਦੇ ਆ, ਇਹਨਾਂ ਦੋਹਾਂ ਦੇ ਵਿੱਚ ਕਾਂਟੇ ਦੀ ਟੱਕਰ ਦੀਆਂ ਖਬਰਾਂ ਆ ਰਹੀਆਂ ਪਿਛਲੇ ਕਈ ਘੰਟਿਆਂ ਤੋਂ। ਤੇ ਮੈਨੂੰ ਇਉਂ ਲੱਗਦਾ ਵੀ ਗੱਪਾਂ ਗੁੱਪਾਂ ਮਾਰਨ ਕਰਕੇ ਨਾ ਤੇ ਟਰੰਪ ਨੂੰ ਉਹੋ ਜੀ ਸਫਲਤਾ ਮਿਲਣ ਦੀ ਸੰਭਾਵਨਾ ਹੈ ਨਹੀਂਗੀ। ਟਾਣਾ ਸਾਹਿਬ, ਮੈਂ ਨਾ ਇੱਕ ਬਿਆਨ ਪੜਿਆ ਸੀ ਟਰੰਪ ਹੋਰਾਂ ਦਾ, ਉਹ ਪੜਨ ਤੋਂ ਬਾਅਦ ਤਾਂ ਵਾਕਈ ਮੈਨੂੰ ਐ ਲੱਗਿਆ ਵੀ ਇਹ ਸੱਚੀ ਕੁਝ ਸਿੱਖ ਗਏ ਸਾਡੇ ਇੱਧਰ ਆ ਕੇ, ਇਹਨਾਂ ਤੇ ਵੀ ਪਾਣੀ ਅਸਰ ਕਰ ਗਿਆ, ਇਹ ਵੀ ਕੋਈ ਕੰਜ ਫੂਕ ਮਰਵਾ ਗਏ ਨੇ ਆਪਣੀ, ਹਨਾ। ਕਹਿੰਦੇ ਕਿ ਮੈਨੂੰ ਚੋਣਾਂ ਦੇ ਵਿੱਚ ਗੜਬੜੀ ਹੋਣ ਦਾ ਖਦਸ਼ਾ ਹੈ। ਜਿਹੜੀਆਂ ਗੱਲਾਂ ਸਾਡੇ ਲੋਕ ਇੱਧਰ, ਸਾਡੇ ਜਿਹੜੇ ਨੇਤਾ ਨੇ, ਸਾਡੇ ਵਾਲੇ ਕਹਿੰਦੇ ਵੀ ਈਵੀਐਮ ਦੇ ਵਿੱਚ ਗੜਬੜੀ ਆ, ਉਹ ਕਹਿੰਦਾ ਬੈਲਟ ਪੇਪਰ ਦੇ ਵਿੱਚ ਵੀ ਆ। ਬਿਲਕੁਲ ਸਹੀ ਹੈ ਨਾ। ਸੋ ਉਹ ਕਹਿੰਦੇ ਵੀ ਮੈਂ ਤਾਂ ਸੁਪਰੀਮ ਕੋਰਟ ਵੀ ਜਾਊਂਗਾ, ਹਨਾ, ਮੈਨੂੰ ਪੂਰਾ ਖਦਸ਼ਾ ਹੈ ਕਿ ਗੜਬੜ ਹੋ ਜਾਣੀ ਹੈ, ਹਨਾ। ਸੋ ਗੱਲ ਇਹ ਹੈ ਕਿ ਇਸ ਵੇਲੇ ਸਿਆਸਤ ਅਮਰੀਕਾ ਦੀ ਵੀ ਭਾਰਤ ਵਰਗੀ ਬਣੀ ਪਈ ਹੈ, ਪਰ ਵੇਖਦੇ ਹਾਂ ਕੀ ਬਣਦਾ ਕੀ ਨਹੀਂ। ਗੁਜਰਾਤ ਦੇ ਇੱਕ ਮੰਦਿਰ ਦੇ ਵਿੱਚ ਪਾਠ ਪੂਜਾ ਕੀਤੀ ਜਾ ਰਹੀ ਹੈ ਵੀ ਡੋਨਾਲਡ ਟਰੰਪ ਹੀ ਜਿੱਤੇ। ਅੱਛਾ ਜੀ। ਹਾਂਜੀ, ਏਦਾਂ ਵੀ ਸਾਡੇ ਵਾਲੇ ਪਾਸੇ ਚੱਲਦਾ ਹੈਗਾ। ਸੋ ਸਾਡੇ ਵਾਲੇ ਪਾਸੇ ਬਹੁਤ ਕੁਝ ਚੱਲਦਾ ਜੀ। ਸਾਨੂੰ ਇਹ ਨਹੀਂ ਫਿਕਰ ਵੀ ਗੁਜਰਾਤ ਦਾ ਹਾਲ ਸਾਡੇ ਵਾਲੇ ਮੁੱਖ ਮੰਤਰੀ ਨੇ ਕੀ ਕਰਤਾ, ਇੱਥੋਂ ਦੇ ਨੇਤਾ ਚੰਗੇ ਹੋਣ। ਸਾਨੂੰ ਅਮਰੀਕਾ ਦੀ ਫਿਕਰ ਆ। ਬਿਲਕੁਲ ਸਹੀ। ਅਮਰੀਕਾ ਦੇ ਵਿੱਚ ਸਹੀ ਬੰਦਾ ਚੁਣਿਆ ਜਾਣਾ ਚਾਹੀਦਾ। ਨਹੀਂ, ਪਹਿਲਾਂ ਕੈਨੇਡਾ ਦੀ ਵੀ ਸੀ। ਚਲੋ, ਕੈਨੇਡਾ ਦੇ ਨਾਲ ਤਾਂ ਸਾਡਾ ਪੰਜਾਬੀਆਂ ਦਾ ਗੂੜਾ ਰਿਸ਼ਤਾ ਹੋ ਗਿਆ ਨਾ। ਪੰਜਾਬੀਆਂ ਨੇ ਜਾ ਕੇ ਕੈਨੇਡਾ 'ਚ ਨਵਾਂ ਪੰਜਾਬ ਵਸਾਇਆ, ਉਹ ਤਾਂ ਭਾਰਤੀਆਂ ਨੂੰ ਵੜਨ ਵੀ ਨਹੀਂ ਦਿੰਦਾ। ਬਿਲਕੁਲ। ਟਰੰਪ ਤਾਂ ਇੰਨਾ ਕੱਬਾ ਜੀ, ਉਹ ਤਾਂ ਕਹਿੰਦਾ ਵੀ ਨਾ, ਜਿਹੜੇ ਆ ਗਏ ਉਹ ਵੀ ਭੇਜ ਦੇਣੇ ਆ। ਤੇ ਪਿੱਛੇ ਜੇ ਬਿਆਨ ਵੀ ਤਾਂ ਦਿੱਤਾ ਸੀ, ਕਹਿੰਦੇ ਭਾਰਤ ਗੰਦਾ ਹੈ, ਤਾਂ ਫਿਰ ਮਤਲਬ ਮੁੜ ਕੇ ਤੁਹਾਨੂੰ ਸਹੁੰ ਖਾ ਲੈਣੀ ਚਾਹੀਦੀ ਹੈ। ਇੱਥੇ ਜਨਾਬ ਆਏ ਕਿਉਂ ਸੀ? ਹਾਂ, ਵੀ ਲੈਣ ਕੀ ਆਏ ਸੀ ਤੁਸੀਂ? ਅਸੀਂ ਕਿਹੜਾ ਉੱਥੇ ਮਤਲਬ ਲਿਟ ਕੇ ਕਹਿ ਰਹੇ ਸੀ ਵੀ ਨਹੀਂ ਟਰੰਪ ਸਾਹਿਬ ਤਾਂ ਆਉਣੇ ਹੀ ਚਾਹੀਦੇ ਆ, ਜੋ ਮਰਜ਼ੀ ਹੋ ਜਾਏ। ਉਦੋਂ ਕਹਿ ਦਿੰਦੇ ਵੀ ਮੈਂ ਨਹੀਂ ਆਉਂਦਾ ਭਾਈ, ਮੈਨੂੰ ਨਹੀਂ ਪਸੰਦ। ਹੁਣ ਜਾ ਕੇ ਤੁਸੀਂ ਇਦਾਂ ਦੀਆਂ ਗੱਲਾਂ ਕਰਦੇ ਹੋ। ਤੇ ਗੰਦਾ ਵੀ ਉਹਨਾਂ ਨੇ ਕੀਤਾ ਜਿਹਨਾਂ ਨਾਲ ਜੱਫੀ ਤੁਸੀਂ ਤੀਜੇ ਮਹੀਨੇ ਪਾਉਨੇ ਆ ਜੀ। ਗੱਲ ਨੂੰ ਤਾਂ ਸਮਝਣ ਦੀ ਹੈ ਨਾ ਲੋੜ। ਬਿਲਕੁਲ ਸਹੀ। ਤੁਸੀਂ ਭਾਰਤ ਨੂੰ ਗੰਦਾ ਨਹੀਂ ਕਹਿ ਸਕਦੇ ਜੇ ਤੁਸੀਂ ਆਪਣੇ ਮੁਲਕ ਦੀ ਕਦਰ ਕਰਦੇ ਹੋ। ਭਾਰਤ ਨੂੰ ਰਾਜਨੀਤਿਕ ਲੋਕਾਂ ਨੇ ਤੇ ਆਮ ਲੋਕਾਂ ਦੀ ਗੈਰ ਜ਼ਿੰਮੇਵਾਰੀ ਨੇ ਗੰਦਾ ਕੀਤਾ। ਭਾਰਤ ਗੰਦਾ ਨਹੀਂ ਆ ਜੀ। ਕੋਈ ਵੀ ਸੂਬਾ, ਕਿਸੇ ਵੀ ਧਰਤੀ ਦਾ ਟੋਟਾ ਜਿਹੜਾ ਉਹ ਗੰਦਾ ਨਹੀਂ ਹੁੰਦਾ, ਗੰਦਾ ਕੀਤਾ ਜਾਂਦਾ ਜੀ। ਉਹ ਆਪਣੇ ਚਰਿੱਤਰ ਦੇ ਕਰਕੇ, ਆਪਣੇ ਕੰਮਾਂ ਕਾਜਾਂ ਦੇ ਕਰਕੇ, ਆਪਣੀਆਂ ਗਲਤ ਨੀਤੀਆਂ ਦੇ ਕਰਕੇ ਸਾਰਾ ਕੁਝ ਹੁੰਦਾ। ਇਉਂ ਤਾਂ ਅਸੀਂ ਕਹਿ ਦਾਂਗੇ ਜੀ ਕਿ ਅਮਰੀਕਾ ਗੰਦਾ। ਜੇ ਉੱਥੇ ਲੁੱਟਾਂ ਖੋਹਾਂ ਹੋਣਗੀਆਂ, ਜੇ ਉੱਥੇ ਰੁਜ਼ਗਾਰ ਨਹੀਂ ਮਿਲੂਗਾ, ਜੇਕਰ ਸਰਕਾਰ ਲੋਕਾਂ ਦੀ ਪ੍ਰਬੰਧ ਨਹੀਂ ਕਰੂਗੀ, ਕੋਈ ਜੀਵਨ ਪ੍ਰਣਾਲੀ ਨੂੰ ਸਹੀ ਤਰੀਕੇ ਨਾਲ ਨਹੀਂ ਅੱਗੇ ਕੋਈ ਲਿਜਾ ਸਕੂਗਾ, ਤੇ ਫਿਰ ਗੰਦਾ ਸਭ ਕੁਝ ਹੀ ਹੈ। ਫਿਰ ਚੰਗਾ ਕੀ ਹੈ? ਬਿਲਕੁਲ ਸਹੀ। ਟਾਣਾ ਸਾਹਿਬ, ਕੱਲ ਦਾ ਦਿਨ ਬੀਬੀਆਂ ਦੇ ਲਈ ਬੜਾ ਖਾਸ ਦਿਨ ਸੀ।
ਕਰਵਾ ਚੌਥ ਜੀ। ਤੇ ਬਹੁਤ ਸਾਰੀਆਂ ਬੀਬੀਆਂ ਜਿਹੜੀਆਂ ਨੇ ਉਹਨਾਂ ਨੇ ਵਰਤ ਰੱਖਿਆ, ਬਹੁਤ ਸਾਰੀਆਂ ਬੀਬੀਆਂ ਸੱਜ ਸਵਰ ਕੇ ਇਸ ਵਰਤ ਨੂੰ ਉਹਨਾਂ ਨੇ ਮਨਾਇਆ, ਕਹਿ ਲਓ ਤਿਉਹਾਰ ਦੇ ਰੂਪ ਦੇ ਵਿੱਚ ਮਨਾਇਆ। ਪਰ ਇੱਕ ਖਬਰ ਇਹੋ ਜੀ ਸਾਹਮਣੇ ਆਈ ਵੀ ਮੈਨੂੰ ਸਮਝ ਨਹੀਂ ਆਇਆ ਵੀ ਇਹ ਬੀਬੀ ਨੂੰ ਐਡੀ ਕੀ ਲੋੜ ਸੀ ਵਰਤ ਰੱਖਣ ਦੀ, ਜਾਂ ਤਾਂ ਨਾ ਰੱਖਦੀ, ਤੇ ਜੇ ਵਰਤ ਰੱਖਣ ਬਾਰੇ ਸੋਚਿਆ ਸੀ ਤੇ ਘਰ ਵਾਲੇ ਦੀ ਇੱਜ਼ਤ ਤਾਂ ਕਰਦੀ। ਦੇਖੋ ਇੱਕ ਤਾਂ ਗੱਲ ਹਰਮਨ ਜੀ ਇਹ ਆ ਵੀ ਸਭ ਦੇ ਆਪੋ ਆਪਣੇ ਵਿਚਾਰ ਆ ਕਰਵਾ ਚੌਥ ਬਾਰੇ ਜੀ। ਕੋਈ ਇਹ ਗੱਲ ਕਹਿੰਦਾ ਵੀ ਇਹਨੂੰ ਮਨਾਉਣ ਦੇ ਵਿੱਚ ਇਤਰਾਜ਼ ਨਹੀਂ, ਮੈਨੂੰ ਵੀ ਕੋਈ ਇਤਰਾਜ਼ ਨਹੀਂ, ਬੰਦੇ ਦੀ ਆਪਣੇ ਮਨ ਦੀ ਮੌਜ ਆ। ਪਰ ਸਾਡੇ ਗੁਰੂ ਸਾਹਿਬਾਨ ਨੇ ਇਹ ਗੱਲ ਕਹੀ ਆ ਵੀ ਭਾਈ ਅੰਨ ਛੱਡ ਕੇ ਤੇ ਕਿਸੇ ਦੀ ਉਮਰ ਨਹੀਂ ਲੰਮੀ ਹੁੰਦੀਗੀ। ਇਹ ਸਭ ਦੇ ਕਿਹਨੇ ਕੀ ਮੰਨਣਾ, ਇਹ ਸਭ ਦੀ ਆਪੋ ਆਪਣੀ ਮਰਜ਼ੀ ਆ। ਦੂਜੀ ਗੱਲ ਇਹ ਆ ਵੀ ਇਹ ਨਾ ਤਿਉਹਾਰ ਬੜਾ ਮਹਿੰਗਾ ਹੋ ਗਿਆ। ਜਿਹੜੇ ਲੋਕ ਮਨਾਉਂਦੇ ਆ ਉਹ ਲੋਕ ਬੜਾ ਖਰਚਾ ਪੱਠਾ ਕਰਦੇ ਆ। ਮੈਨੂੰ ਤਾਂ ਐਤਕੀ ਪਤਾ ਲੱਗਾ ਕਿਉਂਕਿ ਮੈਨੂੰ ਆਲੇ ਦੁਆਲੇ ਕਈ ਸੱਜਣਾ ਨੇ ਦੱਸਿਆ ਵੀ ਭਾਈ ਅੱਧੇ ਵਿਆਹ ਜਿੰਨਾ ਕੰਮ ਹੋ ਜਾਂਦਾ ਸਾਡੇ। ਬਿਲਕੁਲ ਸਹੀ। ਪੂਰੇ ਉਹ ਤੋਹਫੇ ਆਉਂਦੇ ਘਰਾਂ ਦੇ ਵਿੱਚ ਤੇ ਬੜਾ ਮਹਿੰਗਾ ਪੈਂਦਾ ਇਹ ਕੰਮ ਜੀ। ਸਰਗੀ ਆਉਂਦੀ ਹੈ, ਤੋਹਫੇ ਆਉਂਦੇ ਨੇ, ਫਿਰ ਤੁਸੀਂ ਤੋਹਫੇ ਦਿੰਨੇ ਵੀ ਹੋ, ਬਹੁਤ ਤਰ੍ਹਾਂ ਦੇ ਖਰਚੇ ਜਿਹੜੇ ਨੇ ਉਹ ਇਹਦੇ ਨਾਲ ਜੁੜ ਗਏ ਨੇ। ਪਰ ਖੈਰ ਚਲੋ ਮਨਾਉਣਾ ਨਾ ਮਨਾਉਣਾ ਹਰੇਕ ਦੀ ਆਪਣੀ ਸੋਚ ਹੈ। ਪਰ ਜਿਹੜੀ ਮੈਂ ਖਬਰ ਪੜ੍ਹੀ ਮੈਂ ਹੈਰਾਨ ਹੋ ਗਈ। ਨਵੀਂ ਦਿੱਲੀ ਤੋਂ ਖਬਰ ਸਾਹਮਣੇ ਆਈ ਹੈ। ਇੱਕ ਭੈਣ ਜੀ ਏਦਾਂ ਹੀ ਉਹ ਕਹਿੰਦੇ ਵੀ ਹੁਣ ਕਰਵਾ ਚੌਥ ਦਾ ਵਰਤ ਹੈ ਤੇ ਮੈਨੂੰ ਤਾਂ ਨਵੀਂ ਸਾੜੀ ਚਾਹੀਦੀ ਹੈ ਨਾ। ਆਪਣੇ ਘਰ ਵਾਲੇ ਦੇ ਨਾਲ ਇੱਕ ਮਾਲ ਦੇ ਵਿੱਚ ਚਲੇ ਗਏ ਉੱਥੇ ਸ਼ਾਪਿੰਗ ਕਰਨ ਦੇ ਲਈ। ਅੱਛਾ। ਇੱਕ ਸਾੜੀ ਵੇਖ, 2 ਵੇਖ, 3 ਵੇਖ, 4 ਵੇਖ, ਹਾਂ ਨਹੀਂ ਪਸੰਦ ਨਹੀਂ ਆਈ ਸਾੜੀ। ਹਰ ਕੇ ਇੱਕ ਸਾੜੀ ਪਸੰਦ ਆਈ ਪਰ ਹੁਣ ਉਹ ਮਹਿੰਗੀ ਬਹੁਤ ਸੀ, 12,000 ਰੁਪਏ ਦੀ। ਮੈਂ ਕਹਿਣ ਲੱਗਾ ਸੀ 5-7 ਹਜ਼ਾਰ ਦੀ, ਚਲੋ 12,000 ਦੀ ਬਹੁਤ ਮਹਿੰਗੀ ਹੈ ਜੀ। 12,000 ਰੁਪਏ ਦੀ ਸਾੜੀ ਤੇ ਹੁਣ ਘਰ ਵਾਲੀ ਦੀ ਨਿਗਾਹ ਟਿਕ ਗਈ। ਉਹ ਕਹਿੰਦੀ ਵੀ ਮੈਂ ਤਾਂ ਆਹੀ ਸਾੜੀ ਲਊਂਗੀ। ਘਰ ਵਾਲਾ ਕਹਿੰਦਾ ਵੀ ਨਹੀਂ ਭਗਵਾਨ ਨੇ ਵੇਖ ਆਪਾਂ ਆਟਾ ਵੀ ਪੀਪੇ ਚ ਪਾਉਣਾ ਹੈ ਵੀ ਇਹ ਚੰਗਾ ਨਹੀਂ, ਤੂੰ ਥੋੜੀ ਜਿਹੀ ਦਾ ਬਿੱਲ ਵੀ ਦੇਣਾ, ਨਿਆਣਿਆਂ ਦੀਆਂ ਫੀਸਾਂ ਵੀ ਦੇਣੀਆਂ, ਮੋਬਾਈਲ ਦਾ ਬਿੱਲ ਵੀ ਦੇਣਾ ਵੀ ਨਾਲੇ ਇੱਕ ਦਿਨ ਪਾ ਕੇ ਮੁੜ ਕੇ ਤੂੰ ਪਤਾ ਨਹੀਂ ਪਾਵੇਂ ਨਾ ਪਾਵੇਂ ਵੀ ਇੰਨਾ ਪੈਸਾ ਖਰਚਣ ਦਾ ਕੋਈ ਫਾਇਦਾ ਨਹੀਂ ਰਹਿ ਜਾਂਦਾ। ਤੂੰ ਸਸਤੀ ਸਾੜੀ ਲੈ ਲੈ, ਹਾਂ 2-3 ਹਜ਼ਾਰ ਵਾਲੀ ਲੈ ਲਾ। ਹਾਂ ਵੀ ਜਨਾਨੀ ਕਹੇ ਮੈਂ ਤਾਂ ਜਾਂਦੀ ਨਹੀਂ ਇੱਥੋਂ, ਮੈਂ ਤਾਂ 12,000 ਵਾਲੀ ਹੀ ਲਊਂਗੀ। ਅੱਛਾ। ਇੰਨਾ ਕਰਕੇ ਦੋਵਾਂ ਦੇ ਵਿੱਚ ਬਹਿਸ ਬਸਈਆ ਸ਼ੁਰੂ ਹੋ ਗਿਆ। ਘਰ ਵਾਲੇ ਨੂੰ ਆਇਆ ਗੁੱਸਾ, ਉਹਨੇ ਇੱਕ ਚਪੇੜ ਜੜਤੀ। ਅੱਛਾ ਜੀ। ਮੌਤ ਦੇ ਵਿੱਚ ਜੜਤੀ ਨਹੀਂ ਮੰਨਦੀ ਸੀ। ਜਦੋਂ ਘਰ ਵਾਲੇ ਨੇ ਜੜਤੀ ਚਪੇੜ ਤੇ ਹੁਣ ਘਰ ਵਾਲੀ ਇੱਕ ਬੰਨੇ ਦਾ ਗੁੱਸਾ ਵੀ ਮੈਨੂੰ ਸਾੜੀ ਨਹੀਂ ਮਿਲੀ 12,000 ਵਾਲੀ, ਦੂਜਾ ਚਪੇੜ ਪੈ ਗਈ ਹੈ ਨਾ, ਤੇ ਉਹਨੇ ਫਿਰ ਜੁੱਤੀ ਲਾ ਲਈ। ਅੱਛਾ। ਸਾਰੇ ਮਾਲ ਦੇ ਵਿੱਚ ਸਾਰਿਆਂ ਦੇ ਸਾਹਮਣੇ ਘਰ ਵਾਲਾ ਖੂਬ ਖੜਕਾਇਆ। ਹੁਣ 35,000 ਵਾਲੀ ਲਵੇ। ਫਿਰ ਉਦੋਂ ਬਾਅਦ ਪੁਲਿਸ ਵਾਲੇ ਆਏ, ਉਹ ਥਾਣੇ ਲੈ ਗਏ ਦੋਵਾਂ ਨੂੰ। ਉੱਥੇ ਜਾ ਕੇ ਦੋਵਾਂ ਨੂੰ ਸਮਝਾਇਆ ਵੀ ਕਿਹੜੇ ਚੱਕਰਾਂ 'ਚ ਤੁਰੇ ਫਿਰਦੇ ਤੁਸੀਂ। ਫੇਰ ਕਿਤੇ ਜਾ ਕੇ ਮਾਮਲਾ ਥੋੜਾ ਠੰਡਾ ਹੋਇਆ। ਸਾੜੀ ਬਿਨਾਂ ਜਾਨ ਨਿਕਲਦੀ। ਪਹਿਲੀ ਗੱਲ ਤਾਂ ਇਹ ਆ ਵੀ ਜੇ ਪਤਾ ਹੀ ਆ ਆਪਣੇ ਘਰ ਦੇ ਵਿੱਚ ਕਿਹੋ ਜਿਹੇ ਵਸੀਲੇ ਆ। ਜੇ ਤਾਂ ਖਾਤੇ ਦੇ ਵਿੱਚ ਪਿਆ ਕਰੋੜ ਰੁਪਈਆ, ਖਾਤੇ ਦੇ ਵਿੱਚ 10-20 ਲੱਖ ਰੁਪਈਆ ਵੀ ਹੈਗਾ, ਫਿਰ ਤਾਂ ਆਪਾਂ ਮੰਨੀਏ ਵੀ ਤੂੰ ਮੇਰੀ ਇੰਨੀ ਕੁ ਹਸਰਤ ਵੀ ਨਹੀਂ ਪੂਰੀ ਕਰਦਾ। ਜੇ ਪਤਾ ਹੋਵੇ ਵੀ ਬੰਦਾ ਕਮਾਉਂਦਾ 20,000 ਰੁਪਈਆ ਤੇ 12,000 ਦੀ ਸਾੜੀ ਲੈ ਲਈ ਤੇ ਵਿੱਚ 8,000 ਚ ਸ਼ਿਕੂ ਹੋਊਗਾ। ਨਹੀਂ ਪਰ ਗੱਲ ਇਹ ਹੈ ਟਾਣਾ ਸਾਹਿਬ ਵੀ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਜਿਹਦੇ ਲਈ ਵਰਤ ਰੱਖਣਾ ਹੈ ਉਹਦੇ ਨਾਲ ਹੀ ਚਪੇੜੋ ਚਪੇੜੀ ਹੋ ਰਹੇ ਆ ਤੁਸੀਂ। ਨਹੀਂ ਤਾਂ ਫਿਰ ਐਵੇਂ ਥੋੜੀ ਕਹਿੰਦੇ ਆ ਵੀ ਭਾਈ ਤੇਰਾ ਹੀ ਸਿਆਪਾ ਕਰਨ ਲੱਗੀ ਆ। ਜੀ ਬਿਲਕੁਲ, ਮੈਨੂੰ ਵੀ ਇਹੀ ਗੱਲ ਚੇਤੇ ਆਈ ਸੀ ਵੀ ਫਿਰ ਐ ਕਹਿ ਦਿੰਦੇ ਆ। ਪਰ ਗੱਲ ਇਹ ਹੈ ਕਿ ਦੇਖੋ ਪਹਿਲੀ ਚੀਜ਼ ਤਾਂ ਹੈ ਕਿ ਇੱਜ਼ਤ ਹੋਣੀ ਚਾਹੀਦੀ ਹੈ ਮਨ ਦੇ ਵਿੱਚ, ਫਿਰ ਕੋਈ ਵੀ ਤਿਉਹਾਰ ਮਨਾਇਆ ਜਾਣਾ ਚਾਹੀਦਾ ਹੈ। ਤੇ ਦੂਸਰੇ ਬੰਨੇ ਥੋੜਾ ਜਿਹਾ ਆਲੇ ਦੁਆਲੇ ਦਾ ਵੀ ਖਿਆਲ ਰੱਖਣਾ ਚਾਹੀਦਾ। ਚਪੇੜ ਘਰ ਵਾਲੇ ਨੂੰ ਵੀ ਨਹੀਂ ਸੀ ਮਾਰਨੀ ਚਾਹੀਦੀ ਪਰ ਜ਼ਿੱਦ ਘਰ ਵਾਲੀ ਨੂੰ ਵੀ ਨਹੀਂ ਸੀ ਕਰਨੀ ਚਾਹੀਦੀ। ਦੇਖੋ ਜ਼ਿੱਦ ਨਾਲ ਮਸਲੇ ਵਿਗੜ ਜਾਂਦੇ ਨੇ। ਇਹ ਤਾਂ ਕੰਨਾਂ ਦੇ ਉੱਤੇ ਵੀ ਲਿਖਿਆ ਪੜ੍ਹਦੇ ਆ ਪਰ ਲੋਕ ਮੰਨ ਕੇ ਨਹੀਂ ਰਾਜ਼ੀ। ਤੂੰ ਉਹਨੂੰ ਕਹੇ ਵੀ ਭਾਈ ਮੈਨੂੰ ਨਾ ਅੱਜ 2,000 ਵਾਲੀ ਲੈ ਦੇ ਤੇ ਜਦੋਂ ਤੁਹਾਡੇ ਕੋਲੇ ਪੈਸੇ ਆ ਗਏ ਤੇ ਫਿਰ ਤੂੰ ਮੈਨੂੰ 5,000 ਵਾਲੀ ਲੈ ਦੀ। ਬੰਦੇ ਨੂੰ ਖੁਸ਼ ਕਰਕੇ ਭਾਵੇਂ ਤੁਸੀਂ 18 ਵਾਲੀ ਲੈ ਲਓ। ਗੱਲ ਤਾਂ ਇਹ ਹੈ ਨਾ ਕਿ ਜੇਕਰ ਤੁਹਾਡੇ ਘਰ ਦੇ ਵਿੱਚ ਵਸੀਲੇ ਆ ਤੇ ਬੰਦਾ ਮਾਨਸਿਕ ਤੌਰ ਦੇ ਉੱਤੇ ਇਸ ਪੱਧਰ ਦਾ ਵੀ ਭਾਈ ਸਾਰਾ ਕੁਝ ਮੈਂ ਠੀਕ ਕਰ ਲੂੰਗਾ ਤੇ ਫਿਰ ਤਾਂ ਹੈ। ਪਰ ਜੇਕਰ ਇੱਕਦਮ ਬੰਦੇ ਦੇ ਉੱਤੇ ਗਾਜ ਸੁੱਟ ਦਗੇ ਵੀ ਭਾਈ ਇੰਨੇ ਵਾਲੀ ਚੀਜ਼ ਲਵਾਂ ਤੇ ਫਿਰ ਤਾਂ ਰੌਲਾ ਪੈਣਾ ਹੀ ਆ ਤੇ ਪੈ ਵੀ ਗਿਆ। ਬਿਲਕੁਲ ਪੈ ਗਿਆ। ਇਹ ਕਿਹੜੀ ਉਮਰ ਲੰਮੀ ਕਰਨ ਵਾਲੀ ਦਵਾਈ ਹੋਈ। ਸੋਚੋ ਵੀ ਮੁੜ ਕੇ ਵਰਤ ਰੱਖਿਆ ਕਿਵੇਂ ਹੋਊਗਾ ਬੀਬੀ ਨੇ, ਹਨਾ? ਮਤਲਬ ਚਿੰਤਾ ਇੱਕ ਨਹੀਂ ਆ, ਕਈ ਸਾਰੀਆਂ ਚਿੰਤਾਵਾਂ ਨਾਲ ਜੁੜ ਗਈਆਂ ਹੋਣਗੀਆਂ। ਬਿਲਕੁਲ ਸਹੀ। ਜੱਜ ਦਾ ਵਿਚਾਰ। ਟਾਣਾ ਸਾਹਿਬ ਤੁਹਾਨੂੰ ਯਾਦ ਹੈ ਬਚਪਨ ਦੇ ਵਿੱਚ ਤੁਹਾਨੂੰ ਵੀ ਪੱਕਾ ਕਿਹਾ ਹੋਣਾ, ਤੁਹਾਡੇ ਘਰਦਿਆਂ ਨੇ ਮੈਨੂੰ ਵੀ ਕਿਹਾ, ਜਿੰਨੇ ਨਿਆਣੇ ਸਾਰਿਆਂ ਨੂੰ ਕਹਿੰਦੇ ਨੇ ਵੀ ਮਾਊ ਆ ਜਾਊਗਾ। ਹਾਂ ਡਰਾਉਂਦੇ ਆ ਹਨਾ। ਜਦੋਂ ਅਸੀਂ ਹਨੇਰੇ ਵਾਲੇ ਜਾਣਾ ਨਾ ਰਾਤ ਨੂੰ ਉਹਨਾਂ ਨੇ ਕਹਿਣਾ ਵੀ ਮੰਜੇ ਤੋਂ ਨਾ ਉਤਰੀ, ਨਹੀਂ ਮਾਊ ਆ ਜਾਊਗਾ। ਜਿਹੜੀ ਚੀਜ਼ ਆ ਕੋਈ ਵੀ ਅਸੀਂ ਜਿੱਦ ਕਰਨੀ ਵੀ ਆ ਦੇ ਦੋ, ਘਰਦਿਆਂ ਨੇ ਐਂ ਜੇ ਕਰਕੇ ਮਗਰ ਲਕੋਲੇ ਨੇ ਕਹਿਣਾ ਕੋਕੋ ਲੈ ਗਈ। ਹੁਣ ਆਹ 2-3 ਗੱਲਾਂ ਤਾਂ ਨਿਆਣਿਆਂ ਨੂੰ ਪੱਕੀਆਂ ਰਟੀਆਂ ਵੀ ਇੱਕ ਤਾਂ ਸਾਡੇ ਘਰੇ ਮਾਊ ਆਉਂਦਾ ਰਿਹਾ ਤੇ ਇੱਕ ਕੋਕੋ ਚੀਜ਼ ਲਿਜਾਂਦੀ ਰਹੀ ਆ ਜੀ। ਤੇ ਇੱਕ ਇਸ ਤੋਂ ਇਲਾਵਾ ਹੋਰ ਜੇ ਬਹੁਤਾ ਹੀ ਬੱਚੇ ਨੂੰ ਸ਼ਰਾਰਤਾਂ ਕਰਨ ਤੋਂ ਹਟਾਉਣ ਦੇ ਲਈ ਕਿਹਾ ਜਾਂਦਾ ਉਹ ਅੰਕਲ ਆ ਗਿਆ ਜਾਂ ਪੁਲਿਸ ਵਾਲੇ ਆ ਗਏ। ਮੈਨੂੰ ਘਰ ਦੇ ਹੋਰ ਤਰੀਕੇ ਨਾਲ ਡਰਾਉਂਦੇ ਸੀ ਵੀ ਜੋਗੀ ਆ ਜਾਊਗਾ ਤੈਨੂੰ ਬਗਲੀ ਦੇ ਵਿੱਚ ਪਾ ਕੇ ਲੈ ਜਾਊਗਾ। ਅੱਛਾ। ਹਾਂ ਵੀ ਜੋਗੀ ਫੜ ਕੇ ਲੈ ਜਾਂਦਾ ਹੁੰਦਾ, ਤੂੰ ਚੁੱਪ ਕਰ ਜਾ, ਸ਼ਰਾਰਤ ਨਾ ਕਰ। ਉਹ ਜੋਗੀ ਲੱਭਿਆ ਕਿ ਨਹੀਂ? ਹਾਲੇ ਤੱਕ ਤਾਂ ਲੱਭਿਆ ਨਹੀਂ।
ਫਿਰ ਮੈਂ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ ਤੇ ਇਹੋ ਜੀਆਂ ਗੱਲਾਂ ਸੁਣੀਆਂ ਤੇ ਚਰਖੇ ਦੀ ਘੂਕ ਸੁਣ ਕੇ ਤੇ ਜੋਗੀ ਉੱਤਰ ਪਹਾੜੋਂ ਆਇਆ, ਇਹ ਗੱਲਾਂ ਸੁਣੀਆਂ। ਫਿਰ ਇਹ ਸੁਣਿਆ ਵੀ ਜੋਗੀ ਦੇ ਕਦੇ ਵੀ ਅੱਖਾਂ ਤੇ ਐਨਕ ਨਹੀਂ ਲੱਗੀ ਹੁੰਦੀ। ਸੋ ਇਹੋ ਜੀਆਂ ਗੱਲਾਂ ਬਹੁਤ ਸੁਣੀਆਂ, ਪਰ ਜੋਗੀ ਬੱਚੇ ਚੱਕਦਾ ਨਹੀਂ ਵੇਖਿਆ। ਜੀ ਤੁਸੀਂ ਵੇਖੋ ਵੀ ਨਾ, ਅਸੀਂ ਇਹਦੀ ਕਾਮਨਾ ਕਰਦੇ ਆ, ਪਰ ਗੱਲ ਇਹ ਹੈ ਟਾਣਾ ਸਾਹਿਬ ਵੀ ਨਾ ਕੁਝ ਇੱਕ ਲੋਕਾਂ ਦੀ ਸ਼ਕਲ ਕਹਿ ਲਓ ਜਾਂ ਕੁਝ ਇੱਕ ਲੋਕਾਂ ਨੂੰ ਰੱਬ ਨੇ ਹਨਾ ਵੀ ਬਣਾਇਆ ਹੀ ਇਹੋ ਜਿਹਾ ਹੁੰਦਾ ਜਿਹਨੂੰ ਵੇਖ ਕੇ ਨਿਆਣੇ ਡਰ ਜਾਂਦੇ ਨੇ ਹਨਾ, ਜਾਂ ਕਹਿ ਲਓ ਬੰਦੇ ਅੰਦਰ ਕਲਾ ਇੰਨੀ ਹੁੰਦੀ ਆ, ਮੂੰਹ ਇਦਾਂ ਦੇ ਵਿੰਗੇ ਟੇਢੇ ਜਿਹੇ ਬਣਾ ਲੈਂਦਾ ਕਿ ਸਾਹਮਣੇ ਵਾਲਾ ਡਰ ਜਾਂਦਾ। ਹੁਣ ਇਸ ਕਲਾ ਦਾ ਕਰਕੇ ਇੱਕ ਬੰਦਾ ਬੜਾ ਪ੍ਰਸਿੱਧ ਹੋ ਗਿਆ ਚਾਈਨਾ ਦੇ ਵਿੱਚ। ਅੱਛਾ ਜੀ, ਇਹ ਜਿਹੜਾ ਬੰਦਾ ਹੈ ਨਾ, ਇਹ ਚਾਈਨਾ ਦੇ ਵਿੱਚ ਨਿਆਣੇ ਡਰਾਉਣ ਦਾ ਕੰਮ ਕਰਦਾ। ਹਾਂ ਜੀ, ਤੈਨੂੰ ਫੈਂਟੇ ਨੇ ਕਿਸੇ ਨੇ? ਮਾਪੇ ਆਪ ਫੋਨ ਕਰ ਕਰਕੇ ਕਹਿੰਦੇ ਆ ਮੜਾ ਸਾਡੇ ਨਿਆਣੇ ਦੇ ਲਈ ਡਰਾਉਣੀ ਵੀਡੀਓ ਬਣਾ ਕੇ ਭੇਜਿਓ। ਅੱਛਾ ਜੀ, ਇਹ ਜਿਹੜਾ ਬੰਦਾ ਹੈ, ਇਸ ਬੰਦੇ ਦਾ ਨਾਮ ਹੈ ਲੂਯੂ ਕਿੰਗ ਜੌਨ। ਕੀ ਨਾਮ ਇਹਦਾ? ਲੂਯੂ ਕਿੰਗ ਜੌਨ। ਲੂਯੂ ਕਿੰਗ ਜੌਨ। ਕਿੰਗ ਜੌਨ। ਕਿੰਗ ਜੌਨ ਜੀ। ਇਹ ਜਿਹੜਾ ਬੰਦਾ ਹੈ, ਇਹ ਨਾ ਇੱਕ ਵਾਰ ਕਹਿੰਦੇ ਵੀ ਇਹਦਾ ਜਿਹੜਾ ਨਾਲ ਕੋਈ ਕੰਮ ਕਰਦਾ ਬੰਦਾ, ਉਹਦਾ ਨਿਆਣਾ ਕਿਤੇ ਸ਼ਰਾਰਤ ਬਹੁਤ ਜ਼ਿਆਦਾ ਕਰ ਰਿਹਾ ਸੀ, ਤੇ ਉਸ ਬੰਦੇ ਨੇ ਕੀ ਕਿਹਾ, ਇਹਨੂੰ ਕਿਹਾ ਵੀ ਤੂੰ ਇੱਕ ਵੀਡੀਓ ਜੀ ਯਾਰ ਬਣਾ ਕੇ ਭੇਜ ਦੇ ਵੀ ਮੇਰਾ ਬੱਚਾ ਹਟਦਾ ਨਹੀਂ ਹੈਗਾ। ਇਹਨੇ ਵੀਡੀਓ ਬਣਾਈ, ਨਿਆਣਾ ਡਰ ਗਿਆ। ਉਸ ਤੋਂ ਬਾਅਦ ਉਸ ਦੋਸਤ ਨੇ ਇਹਦੀ ਮਸ਼ਹੂਰੀ ਕਰਨੀ ਸ਼ੁਰੂ ਕੀਤੀ, ਜਿਨ੍ਹਾਂ ਦੇ ਵੀ ਨਿਆਣੇ ਹਨਾ ਹਟਦੇ ਨਹੀਂ ਸੀ, ਸ਼ਰਾਰਤਾਂ ਕਰਦੇ ਸੀ। ਉਹਨਾਂ ਸਾਰਿਆਂ ਨੂੰ ਕਹਿਣਾ ਵੀ ਮੇਰੇ ਦੋਸਤ ਨੂੰ ਤੁਸੀਂ ਫੋਨ ਕਰੋ, ਵੀਡੀਓ ਬਣਾ ਕੇ ਭੇਜੂਗਾ, ਬੱਚਾ ਸ਼ਰਾਰਤਾਂ ਕਰਨੋਂ ਹਟ ਜੂ। ਤੇ ਹੁਣ ਪੂਰੇ ਚਾਈਨਾ ਦੇ ਵਿੱਚ ਇਹ ਬੈਡ ਅੰਕਲ ਦੇ ਨਾਂ ਨਾਲ ਮਸ਼ਹੂਰ ਨੇ। ਤੇ ਪੈਸੇ ਪੂਸੇ ਵੀ ਲੈਂਦਾ ਹੋਣਾ? ਲੈਂਦੇ ਹੀ ਹੋਣਗੇ। ਹੁਣ ਤਾਂ ਬਹੁਤ ਸਾਰੇ ਲੋਕ ਇਹਨਾਂ ਨਾਲ ਸੰਪਰਕ ਕਰਦੇ ਵੀ ਸਾਡਾ ਨਿਆਣਾ ਡਰਾਇਓ। ਇਹਨੂੰ ਨਿਆਣੇ ਡਰਾਉਣ ਦੇ ਪੈਸੇ ਮਿਲੀ ਜਾਂਦੇ ਆ ਜੀ। ਇਹਦੇ ਨਾਲ ਤਾਂ ਅਸੀਂ ਚੰਗੇ ਆ, ਜੋਗੀ ਦਾ ਨਾਂ ਸੁਣ ਕੇ ਆਪੇ ਡਰ ਜਾਂਦੇ ਸੀ, ਮਾਊ ਦੇ ਨਾਂ ਤੇ ਡਰੀ ਗਏ ਜੀ। ਪਰ ਤੁਸੀਂ ਵੇਖੋ ਵੀ ਇਹ ਵੀ ਕੰਮ ਹੁੰਦੇ ਨੇ, ਇਹ ਵੀ ਇੱਕ ਕਾਰੋਬਾਰ ਆ ਹਨਾ। ਦੁਨੀਆ ਦੇ ਵਿੱਚ ਪਤਾ ਹੀ ਨਹੀਂ ਕੀ ਹੋਈ ਜਾਂਦਾ ਜੀ। ਕੋਈ ਕਿਵੇਂ ਪੈਸੇ ਕਮਾਈ ਜਾਂਦਾ, ਕੋਈ ਕਿਵੇਂ ਪੈਸੇ ਕਮਾਈ ਜਾਂਦਾ। ਮੈਂ ਤਾਂ ਹੈਰਾਨ ਹੀ ਹੋ ਜਾਂਦਾ ਵੀ ਜਦੋਂ ਸੂਤ ਲੱਗਦਾ ਨਾ ਜੀ, ਉਦੋਂ ਪਤਾ ਹੀ ਨਹੀਂ ਕਿਵੇਂ ਲੱਗ ਜਾਂਦਾ। ਤੁਸੀਂ ਵੀ ਥੋੜਾ ਟਰਾਈ ਕਰਕੇ ਵੇਖੋ ਕਿਸ ਦਿਨ। ਮੈਂ ਤਾਂ ਆਪ ਡਰਿਆ ਪਿਆ। ਮੈਂ ਤਾਂ ਹੁਣ ਚਿੱਟੇ ਕੋਟ ਵਾਲੇ ਤੋਂ ਡਰਦਾ। ਬਿਲਕੁਲ। ਮੈਨੂੰ ਤਾਂ ਇਉਂ ਲੱਗਦਾ ਵੀ ਇਹ ਜੱਫਾ ਪਾ ਕੇ ਨਾ ਬੰਦੇ ਨੂੰ ਤੇ ਉਹਦਾ ਸਭ ਕੁਝ ਹੀ ਲੁੱਟ ਲੈਂਦੇ ਆ। ਹੁਣ ਤਾਂ ਮੈਨੂੰ ਸੱਚੀ ਮੁੱਚੀ ਇੰਨਾ ਡਰ ਲੱਗਦਾ ਵੀ ਜਦੋਂ ਨਾ, ਮੈਂ ਤੁਹਾਨੂੰ ਇੱਕ ਨਿੱਜੀ ਗੱਲ ਦੱਸਦਾ ਜੋ ਮੇਰਾ ਪਿਛਲੇ 1 ਹਫ਼ਤੇ ਦਾ ਤਜਰਬਾ ਜੀ। ਜਦੋਂ ਡਾਕਟਰ ਕਹਿੰਦੇ ਨਾ ਵੀ 35,000 ਹੋਰ ਜਮ੍ਹਾਂ ਕਰਾ ਦਿਓ, ਕੱਲ ਮੈਨੂੰ ਆਖਿਆ ਵੀ 80,000 ਹੋਰ ਜਮ੍ਹਾਂ ਕਰਾ ਦਿਓ, ਅੱਜ ਮੈਨੂੰ ਸੁਨੇਹਾ ਆਇਆ 52,000 ਹੋਰ ਜਮ੍ਹਾਂ ਕਰਵਾ ਦਿਓ। ਉਦੋਂ ਇਉਂ ਲੱਗਦਾ ਵੀ ਇੱਕ ਅੰਗ ਤੁਹਾਡਾ ਲਾਹ ਰਹੇ ਆ। ਕਦੇ ਮੈਨੂੰ ਲੱਗਦਾ ਮੇਰਾ ਹੱਥ ਲੈ ਗਿਆ, ਕਦੇ ਲੱਤ ਲੈ ਗਈ। ਇਉਂ ਲੱਗਦਾ ਵੀ ਹੁਣੇ ਧੌਣ ਲਾਉਣਗੇ, ਕਿਉਂਕਿ ਹੁਣ ਤੱਕ ਲੱਖਾਂ ਰੁਪਈਆ ਲੱਗ ਗਿਆ ਤੇ ਪਤਾ ਨਹੀਂ ਕਿੰਨਾ ਇਹਨਾਂ ਨੇ ਲਵਾ ਦੇਣਾ। ਮੈਂ ਤਾਂ ਇਹਨਾਂ ਤੋਂ ਡਰਦਾ। ਮੈਨੂੰ ਲੱਗਦਾ ਮੈਂ ਆਉਂਦੇ ਸਮੇਂ ਦੇ ਵਿੱਚ ਹਸਪਤਾਲ ਦੇ ਮੂਹਰੋਂ ਲੰਘਣ ਵੇਲੇ ਡਰਿਆ ਕਰਨਾ। ਨਹੀਂ, ਇਹ ਤੁਹਾਡੀ ਗੱਲ 100% ਦੀ ਸੱਚੀ ਹੈ। ਜਿਨ੍ਹਾਂ ਲੋਕਾਂ ਦੇ ਉੱਪਰ ਬੀਤੀ ਹੈ, ਜਿਹੜੇ ਵਿਚਾਰੇ ਕੰਗਾਲ ਹੋ ਗਏ ਨਾ ਹਸਪਤਾਲਾਂ ਦੇ ਪਿੱਛੇ, ਉਹਨਾਂ ਨੂੰ ਪੁੱਛ ਕੇ ਵੇਖੋ, ਵਾਕਈ ਰਾਹ ਬਦਲ ਲੈਂਦੇ ਨੇ। ਉਹ ਡਰਦੇ ਨੇ ਨਾ ਹਸਪਤਾਲਾਂ ਦੇ ਮੋਹਰ ਦੀ ਜਾਣ ਲਈ। ਇੱਕ ਆਮ ਬੰਦਾ ਸੋਚ ਵੀ ਨਹੀਂ ਸਕਦਾ ਟਾਣਾ ਸਾਹਿਬ ਕਿ ਉਹ ਜਿਹੜਾ ਵਿਚਾਰਾ ਸਵੇਰੇ ਜਿਹਨੇ ਕੰਮ ਕਰਨਾ ਤੇ ਰਾਤ ਨੂੰ ਉਹੀ ਖਾਣਾ ਹੈ, ਉਹ ਬੰਦਾ ਸੋਚ ਵੀ ਨਹੀਂ ਸਕਦਾ ਇਹਨਾਂ ਮਹਿੰਗੇ ਹਸਪਤਾਲਾਂ ਦਾ ਬੂਹਾ ਟੱਪਣ ਦੇ ਬਾਰੇ ਚ ਵੀ। ਗੇਟ ਵੀ ਨਹੀਂ ਟੱਪਦਾ ਉਹ ਬੰਦਾ। ਜਦੋਂ ਹਸਪਤਾਲ ਦੇ ਵਿੱਚ ਤੁਸੀਂ ਮਰੀਜ਼ ਲੈ ਕੇ ਜਾਂਦੇ ਹੋ ਤਾਂ ਪਹਿਲਾ ਸ਼ਬਦ ਤੁਹਾਡੀ ਫਾਈਲ ਬਣਾਉਣ ਮੌਕੇ ਕਹਿੰਦੇ ਵੀ 10,000 ਜਮ੍ਹਾਂ ਕਰਾ ਦੇ ਜੀ। ਉਸ ਤੋਂ ਬਾਅਦ ਇੱਕ ਗੱਲ ਹੋਰ ਕਹਿੰਦੇ ਆ ਵੀ ਇਹ 25 ਤੋਂ ਲੈ ਕੇ 30,000 ਰੁਪਇਆ ਇੱਕ ਦਿਨ ਦਾ ਖਰਚਾ ਆਊਗਾ। ਤੇ ਫਿਰ ਉਹ 30,000 ਰੁਪਇਆ ਲੈ ਕੇ ਤੇ ਕਹਿੰਦੇ ਵੀ ਦਵਾਈਆਂ ਵੀ ਸਾਡੀਆਂ ਉਹ 35-40 ਬਣਾ ਦਿੰਦੇ ਆ। ਸੋ ਇਹ ਦੇਖੋ ਵੀ ਜੇਕਰ ਕੋਈ 40,000 ਰੁਪਇਆ ਪ੍ਰਤੀ ਦਿਨ ਦੇ ਹਿਸਾਬ ਨਾਲ 20 ਦਿਨ ਮਰੀਜ਼ ਰਹਿ ਜੇ ਤਾਂ 8 ਲੱਖ ਰੁਪਇਆ ਹੋ ਗਿਆ। ਬੰਦਾ ਉੱਠੂਗਾ ਕਦੋਂ? ਕਿਵੇਂ ਬੰਦਾ ਪੈਰਾਂ ਸਿਰ ਹੋ ਸਕਦਾ? ਇਹ ਕਿਸੇ ਦੇ ਉੱਤੇ ਵੀ ਲਾਗੂ ਹੁੰਦੀ ਗੱਲ। ਜਿਹੜੇ ਤਾਂ ਕਰੋੜਪਤੀ ਲੋਕ ਆ ਉਹ ਤਾਂ ਲਾ ਦੇਣਗੇ, ਪਰ ਜਿਹੜੇ ਲੋਕ ਜੋ ਕਮਾਉਂਦੇ ਸੋ ਖਾਂਦੇ ਆ ਉਹ ਤਾਂ ਮਰ ਗਏ, ਖਤਮ ਹੋ ਗਏ। ਇਹਨਾਂ ਹਸਪਤਾਲਾਂ ਦੇ ਚੱਕਰ ਚ ਟਾਣਾ ਸਾਹਿਬ ਕਰੋੜਪਤੀ ਵੀ ਕੰਗਾਲ ਹੁੰਦੇ ਹੋਏ ਵੇਖੇ ਨੇ ਹਨਾ। ਹਰ ਬੰਦੇ ਨੂੰ ਇਹ ਹੁੰਦਾ ਵੀ ਮੇਰਾ ਜਿਹੜਾ ਪਰਿਵਾਰਕ ਜੀ ਹੈ, ਇਹਦੀ ਜਿਹੜੀ ਸਿਹਤ ਆ ਉਹ ਚੰਗੀ ਹੋ ਜਾਵੇ, ਇਹਦੀ ਉਮਰ ਵੱਧ ਜਾਵੇ, ਤੇ ਬੰਦਾ ਉਹਦੇ ਲਈ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦਾ। ਪਰ ਜਿਸ ਹਿਸਾਬ ਦੇ ਨਾਲ ਇਹਨਾਂ ਹਸਪਤਾਲਾਂ 'ਚ ਛਿੱਲ ਲਾਈ ਜਾਂਦੀ ਹੈ ਨਾ ਬੰਦੇ ਦੀ, ਇੱਕ ਮਰੀਜ਼ ਤਾਂ ਉੱਠ ਜਾਂਦਾ ਬੈੱਡ ਦੇ ਉੱਤੋਂ, ਪਰ ਦੂਸਰਾ ਜ਼ਰੂਰ ਮਾਨਸਿਕ ਤੌਰ ਤੇ ਮਰੀਜ਼ ਹੋ ਜਾਂਦਾ, ਕਿਉਂਕਿ ਉਹਨੂੰ ਦਿਖ ਰਿਹਾ ਹੁੰਦਾ ਵੀ ਮੈਂ ਇਹ ਘਾਟੇ ਪੂਰੇ ਕਿਵੇਂ ਕਰਨੇ। ਹੁਣ ਮੈਨੂੰ ਪਤਾ ਲੱਗਾ ਵੀ ਲੋਕ ਬਾਹਰ ਨੂੰ ਕਿਉਂ ਭੱਜਦੇ ਆ ਜੀ। ਹੁਣ ਪਤਾ ਲੱਗਾ ਵੀ ਜਿਹੜੇ ਲੋਕ ਟੈਕਸ ਦਿੰਦੇ ਨਾ ਬਾਹਰ, ਉਹਨਾਂ ਨੂੰ ਸਿਹਤ ਸਹੂਲਤਾਂ, ਸਿੱਖਿਆ ਦੀਆਂ ਸਹੂਲਤਾਂ ਚੰਗੀਆਂ ਮਿਲਦੀਆਂ, ਇਸ ਕਰਕੇ ਲੋਕ ਬਾਹਰ ਨੂੰ ਭੱਜਦੇ ਨੇ। ਤਾਂ ਕਿਸੇ ਦਾ ਜੀ ਨਹੀਂ ਕਰਦਾ ਕਿ ਭਾਰਤ ਨੂੰ ਛੱਡ ਗਏ। ਬਿਲਕੁਲ ਬਿਲਕੁਲ ਸਹੀ। ਸੋ ਖੈਰ, ਆਪਾਂ ਫਿਰ ਤੋਂ ਇੱਕ ਵਾਰ ਜਾਂਦੇ ਜਾਂਦੇ ਤੁਹਾਡੇ ਮਾਤਾ ਜੀ ਦੀ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ ਤੇ ਅਸੀਂ ਚਾਹੁੰਦੇ ਹਾਂ ਵੀ ਜਲਦੀ ਜਲਦੀ ਤੁਸੀਂ ਸਾਨੂੰ ਇਹ ਖੁਸ਼ਖਬਰੀ ਸੁਣਾਓ ਕਿ ਉਹ ਠੀਕ ਠਾਕ ਹੋ ਕੇ ਆਪਣੇ ਘਰ ਪਰਤ ਆਏ ਨੇ। ਸੋ ਬਾਕੀ ਫਿਲਹਾਲ ਦੇ ਲਈ ਅਸੀਂ ਪ੍ਰੋਗਰਾਮ ਇੱਥੇ ਸਮੇਟਦੇ ਹਾਂ ਜੀ। ਜਾਣਦਾ ਹੋ ਗਿਆ ਵੇਲਾ, ਤੁਸੀਂ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਓ। ਦੋਵਾਂ ਨੂੰ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਜੱਜ ਦਾ ਵਿਚਾਰ।